ਬਹੁਤ ਬਹੁਤ ਗੁਰਦੁਆਰਿਆਂ ਦੇ ਪ੍ਰਬੰਧਕ ਮੈਂ ਦੇਖਿਆ, ਉਹਨਾਂ ਦੇ ਸ਼ਰਾਬ ਦੇ ਠੇਕੇ ਕਾਰੋਬਾਰ ਆ, ਮੈਂ ਅੱਜ ਵੀ ਦਿਖਾ ਸਕਦਾ। ਕਈ ਗੁਰਦੁਆਰੇ ਤਾਂ ਐਸੇ ਹੈ ਕਿ ਉੱਥੋਂ ਦਾ ਜਿਹੜਾ ਸਟਾਫ ਹੈ ਨਾ, ਉਹ ਦਫ਼ਤਰ ਨਹੀਂ ਕਹਿੰਦਾ ਉਹਨੂੰ ਥਾਣਾ ਕਹਿੰਦਾ। ਜੇ ਕਿਸੇ ਕੋਲ ਗਲਤੀ ਹੋ ਜਾਂਦੀ ਹੈ, ਕੋਈ ਸੰਵਿਧਾਨ ਕੋਈ ਕਾਨੂੰਨ ਹੁੰਦਾ ਹੈ, ਪਰ ਉਹ ਤਾਂ ਕਾਨੂੰਨ ਨੂੰ ਵੀ ਨਹੀਂ ਮੰਨਦੇ, ਉਹ ਤਾਂ ਫਿਰ ਡਾਂਗਾ ਚੱਕ ਕੇ ਬੋਰੀ 'ਚ ਪਾ ਕੇ ਕੁੱਟਦੇ। ਤੁਸੀਂ ਅੱਖੀ ਦੇਖਿਆ? ਬਿਲਕੁਲ ਦੇਖਿਆ। ਤੁਹਾਡੇ ਸਾਹਮਣੇ ਕੁੱਟਿਆ ਗਿਆ ਰਾਗੀ ਸਿੰਘ? ਬਿਲਕੁਲ ਕੁੱਟਿਆ ਗਿਆ, ਬੋਰੀ 'ਚ ਪਾ ਕੇ ਕੁੱਟਿਆ ਗਿਆ। ਇੱਕ ਬੰਦੇ ਨੂੰ ਮਤਲਬ ਬਿਠਾ ਲੈਣਾ, ਜਦੋਂ ਮੁਜਰਮ ਬੈਠਾ ਹੁੰਦਾ ਬੰਨ ਲੈਣਾ, ਹਾਂ, ਤੇ ਨਾਲ 4 ਬੰਦੇ ਡਾਂਗਾ ਲੈ ਕੇ ਖੜੇ ਹੋ ਜਾਣੇ ਉਹਦੇ ਆਲੇ ਦੁਆਲੇ। ਇੱਕ ਥੱਕ ਜਾਂਦਾ ਤੇ ਦੂਜਾ ਸ਼ੁਰੂ ਹੋ ਜਾਂਦਾ। ਅਸੀਂ ਥਾਣਿਆਂ 'ਚ ਤਾਂ ਦੇਖਿਆ ਸੀ ਕਿ ਉਹਨਾਂ 'ਚ ਦਇਆ ਨਹੀਂ ਹੁੰਦੀ ਹੈ ਨਾ, ਉਹ ਮੁਜਰਮ ਨੂੰ, ਉਹਨਾਂ ਦੇ ਤਾਂ ਗੁਨਾਹ ਵੀ ਬੜੇ ਵੱਡੇ ਹੁੰਦੇ। ਇੱਥੇ ਕੀ ਗੁਨਾਹ ਹੋਊਗਾ? ਕਿਸੇ ਨੇ ਜੇ ਅਰਦਾਸ ਕੀਤੀ ਆ ਤੇ 100 ਰੁਪਈਆ ਜੇ ਕਿਸੇ ਨੇ ਰੱਖਤਾ, ਤੇ ਕਈ ਵਾਰੀ ਮਨ ਦੇ ਵਿੱਚ ਆ ਜਾਂਦਾ ਕਿ ਚਲ ਮੈਂ 100 ਰੁਪਈਆ ਜੇਬ 'ਚ ਪਾ ਲੈਣਾ, ਇਹ ਗੁਨਾਹ ਹੋ ਜਾਂਦਾ। ਸਮਾਨ ਕਹਿੰਦੇ ਉਸੇ ਵੇਲੇ ਤੁਰੰਤ ਕੱਢ ਦਿੱਤਾ ਜਾਂਦਾ ਹੈ। ਬਿਲਕੁਲ ਇਦਾਂ ਹੀ ਬਾਹਰ ਮਾਰੀਆਂ ਜਾਂਦੀਆਂ ਚੀਜ਼ਾਂ ਚੱਕ ਕੇ, ਕਮਰੇ ਖਾਲੀ ਕਰਾ ਲਏ ਜਾਂਦੇ। ਬਿਲਕੁਲ ਕਰਾਏ ਜਾਂਦੇ। 6 ਮਹੀਨੇ ਦਾ ਤੁਸੀਂ ਮਿਨੀਮਮ ਲਾ ਲਓ ਵੀ 6 5 30 ਤੇ 30 × 3 ਕਰ ਲਓ, 90,000 ਰੁਪਏ ਕਿ ਜੱਥੇ ਦਾ ਬਣ ਜਾਂਦਾ, ਜਿਹੜਾ ਸ਼੍ਰੋਮਣੀ ਕਮੇਟੀ ਲੈਂਦੀ। ਜਦੋਂ ਵਿਦੇਸ਼ਾਂ 'ਚ ਜਥੇ ਜਾਂਦੇ ਨੇ, ਉਹਨਾਂ ਕੋਲੋਂ ਪਰ ਮੰਥ ਪਰ ਹੈਡ ਲਿਆ ਜਾਂਦਾ। ਕਮੇਟੀ ਪੈਸੇ ਲੈਂਦੀ ਹੈ ਜਾਂ ਕੋਈ ਪ੍ਰਧਾਨ ਪਾਰਟਿਕੂਲਰ ਪੈਸੇ ਲੈਂਦਾ? ਨਹੀਂ, ਜਿਹੜੀ ਸ਼੍ਰੋਮਣੀ ਕਮੇਟੀ ਜਥੇ ਜਾਂਦੇ, ਸ਼੍ਰੋਮਣੀ ਕਮੇਟੀ ਲੈਂਦੀ ਹੈ ਜੀ 5,000 ਰੁਪਇਆ ਪਰ ਹੈਡ ਪਰ ਮੰਥ। ਤੁਸੀਂ ਤੇ ਕਿਹਾ ਨਾ ਆਪਣਾ ਝੱਗਾ ਚੁੱਕਾਂਗੇ ਢਿੱਡ ਨੰਗਾ ਹੁੰਦਾ, ਮੈਂ ਕਹਿੰਦਾ ਢਿੱਡ ਰਹਿਣਾ ਹੀ ਨਹੀਂ। ਜਿਹੜੀ ਸੰਗਤ ਮਾਇਆ ਉਸ ਕੀਰਤਨੀਆਂ ਨੂੰ ਦੇ ਕੇ ਜਾਂਦੇ, ਵਾਜੇ ਤੇ ਰੱਖ ਕੇ ਜਾਂਦੀਆਂ। ਅੱਜ ਕੱਲ੍ਹ ਥੋੜਾ ਜਿਹਾ ਹਾਈ ਫਾਈ ਜਿਹਾ ਸਿਸਟਮ ਕਰ ਲਿਆ, ਲਾਗੇ ਬਾਕਸ ਜਿਹਾ ਰੱਖਿਆ ਹੁੰਦਾ, ਹਾਲਾਂਕਿ ਦੇਖਣ ਨੂੰ ਉਹ ਮਾੜਾ ਲੱਗਦਾ ਹੈ, ਇੰਨਾ ਵਧੀਆ ਨਹੀਂ ਲੱਗਦਾ, ਪਰ ਚਲੋ ਜਿਹੜੀ ਮਾਇਆ ਉਹਦੇ ਵਿੱਚ ਪਾ ਕੇ ਜਾਂਦੇ ਨੇ ਨਾ, ਉਹਦੇ ਵਿੱਚੋਂ ਵੀ 50% ਜਿਹੜੀ ਹੈ ਕਮੇਟੀ ਲਈ। ਤਾਂ ਫਿਰ ਇਹ ਜਿਹੜਾ ਉੱਥੇ ਵਾਜੇ ਤੇ ਰੱਖਿਆ ਕਿਸੇ ਨੇ ਆ ਕੇ ਭੇਟਾ, ਉਹ ਕਮੇਟੀ ਨੂੰ ਕੀ ਪਤਾ ਲੱਗਦਾ ਕਿ ਉੱਥੇ ਕਿੰਨੀ ਭੇਟਾ? ਉਹ ਕਈਆਂ ਗੁਰਦੁਆਰਿਆਂ ਤੇ ਉਹਨਾਂ ਨੇ ਆਪਣਾ ਮੈਨੇਜਰ ਇੱਕ ਅਪੁਆਇੰਟ ਕੀਤਾ ਹੁੰਦਾ ਵੀ ਉਹ ਮਾਇਆ ਰਾਗੀ ਸਿੰਘ ਵੀ ਨਹੀਂ ਚੁੱਕ ਸਕਦੇ। ਜਿਹੜਾ ਬੰਦਾ ਉੱਥੋਂ ਚੁੱਕ ਕੇ ਦਫ਼ਤਰ 'ਚ ਮਾਇਆ ਲੈ ਕੇ ਆਉਂਦਾ ਹੈ, ਉਹਦਾ ਕੀ ਨਾਪ ਤੋਲਾ ਵੀ ਉਹ ਬਹੁਤ ਇਮਾਨਦਾਰ ਹੋਏਗਾ ਤਾਂ ਰਾਗੀ ਸਿੰਘਾਂ ਨੂੰ ਪੂਰਾ ਅੱਧ ਦੇਗਾ, ਉਹ ਵੀ ਹੇਰਾਫੇਰੀ ਕਰ ਸਕਦਾ। ਬਿਲਕੁਲ ਬੜਾ ਗੰਦਾ ਸਿਸਟਮ ਹੈ। ਮਾਨਸਿਕ ਤੌਰ ਤੇ ਪੀੜਤ ਕੀਤਾ ਜਾ ਰਿਹਾ ਸਾਡੀ ਸਮੁੱਚੀ ਪ੍ਰਚਾਰਕ ਸ਼੍ਰੇਣੀ ਨੂੰ। ਜ਼ਿਲ੍ਹਾ ਵਾਈਜ਼ ਬਣਾਇਆ ਹੋਇਆ, ਜਿਵੇਂ ਅੰਮ੍ਰਿਤਸਰ ਲੋਕਲ ਦਾ 1100, ਥੋੜਾ ਜਿਹਾ 200 ਕਿਲੋਮੀਟਰ ਤੇ ਜਾਵਾਂਗੇ 2100, ਪੂਰੇ ਪੰਜਾਬ ਦੇ ਲਾਗੇ ਮਿਲ ਜਾਵਾਂਗੇ 3100। ਪੰਜਾਬੋਂ ਬਾਹਰ ਜਿੱਥੇ ਵੀ ਤੁਸੀਂ ਜਾਂਦੇ ਆ, ਤੁਹਾਨੂੰ 5500 ਦੀ ਰਸੀਦ ਕਟਾਉਣੀ ਪੈਣੀ ਹੈ। ਪਹਿਲਾਂ ਟੋਲ ਟੈਕਸ ਦੇਖੋ, ਟੋਲ ਟੈਕਸ ਵੀ ਦੇਣੇ ਆ। ਟੋਲ ਟੈਕਸ ਹੋ ਗਿਆ, ਪਾਣੀ ਦੀਆਂ ਬੋਤਲਾਂ ਗਿਣ ਲਓ, ਖਰਚੇ ਤੇ ਖਰਚਾ ਚੜਦਾ। ਓਕੇ, ਉਹ ਤੋਂ ਬਾਅਦ 'ਚ ਜੇ ਕਿਸੇ ਜਥੇ ਨੇ ਉੱਥੇ 31,000 ਲਿਆ ਮੰਗ, ਤੇ ਬੁੱਢਾ ਵੱਜ ਜਾਣਾ ਜਿਹਦਾ 31,000 ਮੰਗਦਾ, ਪਰ ਖਰਚ ਨਹੀਂ ਕੋਈ ਦੱਸਦਾ ਕਿ ਇਹਦੇ ਵਿੱਚ ਖਰਚ ਕਿੰਨੇ ਪੈ ਗਏ। ਟੈਕਸ ਜਜ਼ੀਆ ਜਿਹੜਾ ਟੈਕਸ ਲਿਆ ਜਾ ਰਿਹਾ ਉਹ ਕਿੰਨਾ ਹੈ। ਲੱਖ ਯਤਨ ਕੀਤੇ ਮੈਂ ਨਹੀਂ ਰੁਕਦਾ। ਅਸੀਂ ਕਿੰਨੀ ਦੇਰ ਹੋ ਗਈ ਅਕਾਲ ਤਖਤ ਸਾਹਿਬ ਤੇ ਚਿੱਠੀ ਦਿੱਤਿਆਂ ਨੂੰ, ਅੱਜ ਤੱਕ ਸਾਨੂੰ ਇੱਕ ਫੋਨ ਵੀ ਨਹੀਂ ਆਇਆ ਕਿ ਸਿੰਘੋ ਤੁਹਾਡੀ ਚਿੱਠੀ ਆਈ, ਅਸੀਂ ਕੁਝ ਕਰਾਂਗੇ। ਜੇ ਕਬੱਡੀ ਵਾਲੇ ਵੀਰਾਂ ਨੂੰ ਤੁਸੀਂ ਕਰੋੜ ਦਾ ਨਾਮ ਦੇ ਸਕਦੇ ਹੋ, ਟਰੈਕਟਰ ਦੇ ਸਕਦੇ ਹੋ, ਕਈ ਕੁਝ ਕਰਦੇ ਹੋ, ਤੇ ਭਾਈ ਰਾਗੀ ਸਿੰਘਾਂ ਨੂੰ ਕਿਉਂ ਨਹੀਂ? ਯੂਕੇ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਇਹ ਚੀਜ਼ ਦੇਖੀ ਗਈ ਹੈ ਕਿ ਅੰਤਮ ਅਰਦਾਸ ਦਾ ਜਦੋਂ ਪ੍ਰੋਗਰਾਮ ਹੁੰਦਾ, ਕੀਰਤਨੀਆਂ ਸਿੰਘਾਂ ਨੂੰ 200 ਪਾਉਂਡ ਹੋ ਜੇ, 1000 ਹੋ ਜੇ, ਉਹਨਾਂ 30 ਪਾਉਂਡ ਦੇਣੇ ਜੀ। ਉਦੋਂ ਵੱਧ ਤੁਸੀਂ ਨਹੀਂ ਚੱਕ ਸਕਦੇ? ਤੁਸੀਂ ਮਤਲਬ ਉਹ ਚੱਕ ਹੀ ਨਹੀਂ ਸਕਦੇ, ਹੱਥ ਵੀ ਨਹੀਂ ਲਾ ਸਕਦੇ। ਸੰਗਤ ਕਿਤੇ ਤਾਂ ਨਹੀਂ ਕਹਿੰਦੀ ਵੀ ਭਾਈ ਸਾਹਿਬ ਲਾਲਚੀ ਹੋਈ ਜਾਂਦੇ ਆ, ਤੁਸੀਂ ਤਾਂ ਕਰਨ ਸੇਵਾ ਆਏ ਹੋ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਸਿੱਖ ਕੌਮ ਦੇ ਵਿੱਚ ਇੱਕ ਤਰਾਸਦੀ ਰਹੀ ਹੈ ਕਿ ਅਸੀਂ ਕਦਰ ਨਹੀਂ ਪਾਉਂਦੇ। ਸਵਾਲ ਬਹੁਤ ਵੱਡੇ ਸਾਡੇ ਤੇ ਅਕਸਰ ਉੱਠਦੇ ਰਹੇ ਹੈ। ਗੱਲ ਹੁਣ ਨਵੀਂ ਜਿਹੜੀ ਛਿੜੀ ਹੈ, ਇਹ ਗੁਰਦੁਆਰਾ ਕਮੇਟੀਆਂ ਦੀ, ਪ੍ਰਬੰਧਕਾਂ ਦੀ ਛਿੜੀ ਹੈ।
ਕਿ ਜੋ ਰਾਗੀ ਸਿੰਘ ਨਿਰੰਤਰ ਸੇਵਾ ਕਰ ਰਹੇ ਨੇ ਕੌਮ ਦੀ, ਉਹਨਾਂ ਦੀ ਉਹ ਕਦਰ ਨਹੀਂ ਪੈਂਦੀ ਜਿਸ ਦੇ ਉਹ ਹੱਕਦਾਰ ਹੁੰਦੇ ਹੈ। ਬਹੁਤ ਸਾਰੇ ਸਵਾਲ, ਬਹੁਤ ਸਾਰੇ ਮੌਜੂ ਐਸੇ ਨੇ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਹੈ। ਖਾਸ ਤੌਰ ਤੇ ਇਹ ਗੱਲ ਕਿ ਜੋ ਭੇਟਾ ਹੈ, ਬੜੀ ਛੋਟੀ ਗੱਲ, ਕਮੇਟੀਆਂ ਬੜੀ ਚੀਪ ਸੋਚ ਦੇ ਨਾਲ ਜਿਹੜੀਆਂ ਚੱਲਦੀਆਂ ਕਿ ਭੇਟਾ ਰਾਗੀ ਸਿੰਘਾਂ ਦੀ ਉਹਦੇ ਚੋਂ ਆਪਣਾ ਹਿੱਸਾ ਲੈਂਦੀਆਂ। ਅੱਜ ਇਸ ਪੂਰੇ ਸਵਾਲ ਦੇ ਉੱਤੇ ਚਰਚਾ ਕਰਾਂਗੇ, ਬੜੀ ਗੰਭੀਰ ਚਰਚਾ ਹੈ ਇਸ ਦੇ ਉੱਤੇ, ਔਰ ਇਹ ਜਾਣਾਂਗੇ ਕਿ ਕੀ ਹੁੰਦਾ ਹੈ, ਦੁਖਾਂਤ ਕੀ ਹੈ, ਔਰ ਰਾਗੀ ਸਿੰਘਾਂ ਦੇ ਨਾਲ ਕੀ ਵਾਪਰਦਾ ਹੈ। ਕੌਮ ਦੀਆਂ ਉਹ ਵੱਡੀਆਂ ਸ਼ਖਸੀਅਤਾਂ ਅੱਜ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਮਨਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਅੱਜ ਮੈਂ ਤਾਰੁਫ ਕਰਾ ਦਿੰਦਾ ਪਹਿਲਾਂ ਸਾਰਿਆਂ ਦਾ, ਫਿਰ ਇੱਕ ਇੱਕ ਕਰਕੇ ਗੱਲ ਕਰਾਂਗੇ। ਭਾਈ ਬਲਵਿੰਦਰ ਸਿੰਘ ਜੀ ਲੋਪੋਕੇ ਮੌਜੂਦ ਨੇ। ਭਾਈ ਗੁਰਜੀਤ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਸਾਡੇ ਦਰਮਿਆਨ ਨੇ। ਭਾਈ ਗੁਰਦੇਵ ਸਿੰਘ ਜੀ ਮੇਰੇ ਖੱਬੇ ਹੱਥ, ਉਹ ਬੈਠੇ ਨੇ ਅੱਜ ਬਿਰਾਜਮਾਨ ਨੇ। ਭਾਈ ਸੰਦੀਪ ਸਿੰਘ ਜੀ ਸਾਡੇ ਨਾਲ ਨੇ, ਔਰ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਜੀ ਤੁਹਾਡੇ ਤੋਂ ਸ਼ੁਰੂਆਤ ਕਰਦਾ। ਕੁਝ ਦਿਨ ਪਹਿਲਾਂ ਮੀਡੀਆ ਦੇ ਵਿੱਚ ਤੁਸੀਂ ਸਾਰੇ ਸਾਹਮਣੇ ਆਏ ਔਰ ਗੱਲਾਂ ਰੱਖੀਆਂ। ਕਮੇਟੀਆਂ ਕੀ ਕਰਦੀਆਂ, ਮੈਂ ਚਾਹੁੰਦਾ ਕਿ ਤੁਸੀਂ ਸੰਖੇਪ ਦੇ ਵਿੱਚ ਇਹ ਚਾਨਣਾ ਪਾਓ ਕਿ ਕਮੇਟੀ ਖਾਸ ਤੌਰ ਤੇ ਇਕੱਲੀ ਭੇਟਾ 'ਚ ਨਹੀਂ, ਬਾਕੀ ਚੀਜ਼ਾਂ 'ਚ ਵੀ ਕੀ ਕਰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ, ਸਾਰੀ ਸੰਗਤ ਨੂੰ ਜਿਹੜੀ ਸਰਵਣ ਕਰ ਰਹੀ ਹੈ ਤੁਹਾਡੇ ਇਸ ਮਾਧਿਅਮ ਰਾਹੀਂ, ਉਹਨਾਂ ਨੂੰ ਵੀ ਗੁਰੂ ਫਤਿਹ ਬੁਲਾਉਣਾ। ਕੁਝ ਦਿਨ ਪਹਿਲਾਂ ਜਿਹੜੇ ਸਾਡੇ ਮੇਨ 3 ਮੁੱਦੇ ਨੇ, ਜਿਹੜੇ ਬੇਸਿਕ ਸਾਡੀਆਂ ਜਿਹੜੀਆਂ ਸਾਨੂੰ ਪ੍ਰੋਬਲਮ ਆ ਰਹੀਆਂ ਜੀ, ਵੀ ਗੁਰਦੁਆਰਾ ਸਾਹਿਬ ਵੱਲੋਂ ਭੇਟਾ ਮਿਥੀ ਜਾਂਦੀ ਹੈ ਵੀ ਕਿਸੇ ਦੇ ਘਰੇ ਵੀ ਕੋਈ ਰਾਗੀ ਜਥਾ ਜਾਏਗਾ ਉਹਨੂੰ ਇੰਨੀ ਕੀਰਤਨ ਭੇਟਾ ਦੇਣੀ ਹੈ, ਤੇ ਤਰਾਸਦੀ ਹੈ ਵੀ ਜਿੰਨੀ ਉਹ ਕੀਰਤਨ ਭੇਟਾ ਹੁੰਦੀ ਉਹਦੇ ਵਿੱਚੋਂ 50% ਜਿਹੜਾ ਕਮੇਟੀ ਆ ਕੇ ਕੱਟਦੀ ਹੈ। ਇਹ ਤਕਰੀਬਨ ਸਾਰਿਆਂ ਪਾਸੇ ਫਿਕਸਡ ਹੈ। ਤਕਰੀਬਨ 98% ਕਹਿ ਲਓ ਤਾਂ ਕੋਈ ਮਲਵਾਤ ਕਥਨੀ ਨਹੀਂ, 2% ਹੋ ਸਕਦੀਆਂ ਵੀ ਜਿਹੜੀਆਂ। ਜਿਹੜੇ ਗੁਰਦੁਆਰੇ ਜਿਵੇਂ ਲੁਧਿਆਣੇ 'ਚ ਦੁੱਖ ਨਿਵਾਰਨ ਸਾਹਿਬ ਹੈ, ਪਟਿਆਲੇ 'ਚ ਦੁੱਖ ਨਿਵਾਰਨ ਸਾਹਿਬ ਹੈ, ਜਾਂ ਹੋਰ ਐਸੇ ਗੁਰੂ ਘਰ ਨੇ, ਉੱਥੋਂ ਦੀਆਂ ਕਮੇਟੀਆਂ ਵੀ ਇਸ ਤਰ੍ਹਾਂ ਕਰਦੀਆਂ? ਬਿਲਕੁਲ ਲੁਧਿਆਣੇ ਕਰਦੇ ਨੇ, ਇਹ 'ਚ ਕੋਈ ਸ਼ੱਕ ਨਹੀਂ। ਜਿਹੜੀਆਂ ਸ਼੍ਰੋਮਣੀ ਕਮੇਟੀ ਅੰਦਰ ਜਿਹੜੀਆਂ ਕਮੇਟੀਆਂ ਆਉਂਦੀਆਂ ਉਹਨਾਂ ਦੀਆਂ ਪ੍ਰੋਬਲਮ ਥੋੜ੍ਹੀਆਂ ਡਿਫਰੈਂਟ ਟਾਈਪ ਦੀਆਂ ਹੈ। ਉਹਨਾਂ ਦੀ ਵੀ ਬੇਸਿਕ ਇਹੋ ਪ੍ਰੋਬਲਮ ਸੀ, ਪਰ ਉਹਨਾਂ ਦੀਆਂ ਤੇ ਹੋਰ ਵੀ ਹੈਗੀਆਂ ਵੀ ਜਦੋਂ ਵਿਦੇਸ਼ਾਂ ਜਥੇ ਜਾਂਦੇ ਨੇ ਉਹਨਾਂ ਕੋਲੋਂ ਪਰ ਮੰਥ ਪਰ ਹੈਡ ਲਿਆ ਜਾਂਦਾ, ਜਿੰਨੇ ਮਹੀਨੇ ਲਈ ਵੀ ਜਾਣਾ, ਮੈਨੂੰ 5000 ਰੁਪਇਆ। ਇਹਨੂੰ ਥੋੜਾ ਐਕਸਪਲੇਨ ਕਰੋ। ਜੱਥਾ ਜੇ ਵਿਦੇਸ਼ ਕੋਈ ਜਾ ਰਿਹਾ ਹੈ, ਹਾਂਜੀ, ਤਾਂ ਕਮੇਟੀ ਪੈਸੇ ਲੈਂਦੀ ਹੈ ਜਾਂ ਕੋਈ ਪ੍ਰਧਾਨ ਪਾਰਟਿਕੂਲਰ ਪੈਸੇ ਲੈਂਦਾ? ਨਹੀਂ, ਜਿਹੜੀ ਸ਼੍ਰੋਮਣੀ ਕਮੇਟੀ ਜਥੇ ਜਾਂਦੀ, ਸ਼੍ਰੋਮਣੀ ਕਮੇਟੀ ਲੈਂਦੀ ਹੈ ਜੀ 5000 ਰੁਪਇਆ ਪਰ ਹੈਡ ਪਰ ਮੰਥ, ਇੱਕ ਸੰਗਤ ਨਾਲ ਲੈਂਦੇ ਨੇ। ਇੱਕ ਜਥੇ ਦਾ 90000 ਇਹ ਤਕਰੀਬਨ 6 ਮਹੀਨੇ ਦਾ ਤੁਸੀਂ ਮਿਨੀਮਮ ਲਾ ਲਓ ਵੀ 6 5 30 ਤੇ 30 × 3 ਕਰ ਲਓ, 90000 ਰੁਪਏ ਜਥੇ ਦਾ ਬਣ ਜਾਂਦਾ ਜਿਹੜਾ ਸ਼੍ਰੋਮਣੀ ਕਮੇਟੀ ਲੈਂਦੀ। ਮਿਸਾਲ ਦੇ ਤੌਰ ਤੇ ਜੇ ਭਾਈ ਮਨਜੀਤ ਸਿੰਘ ਤੁਸੀਂ ਸਵੇਰੇ ਕੈਨੇਡਾ ਜਾ ਰਹੇ ਹੋ 3 ਮਹੀਨੇ ਲਈ, ਉੱਥੇ ਤੁਹਾਨੂੰ ਸੰਗਤ ਨੇ ਬੁਲਾਇਆ, ਤਾਂ ਤੁਸੀਂ 3 ਲੱਖ ਰੁਪਇਆ ਦਿਓਗੇ? ਨਹੀਂ, ਮੈਂ ਤਾਂ ਬੇਸਿਕਲੀ ਦੇਖੋ ਮੈਂ ਤਾਂ ਡਿਊਟੀ ਕਰਦਾ ਨਹੀਂ, ਇਸ ਕਰਕੇ ਮੈਂ ਸਿਰਫ ਮਿਸਾਲ ਦੇ ਤੌਰ ਤੇ ਗੱਲ ਕਰ ਰਿਹਾ ਤੁਹਾਡੇ ਨਾਲ। ਹਾਂਜੀ, ਨਹੀਂ 3 ਲੱਖ ਨਹੀਂ, 6 ਮਹੀਨੇ ਦਾ 90000 ਤੁਹਾਨੂੰ ਦੱਸ। 6 ਮਹੀਨੇ ਦਾ 90000 ਪਰ ਹੈਡ, 5000 ਪਰ ਮੰਥ, ਇੱਕ ਬੰਦੇ ਦਾ 30 ਹੋ ਗਿਆ, ਇੱਕ ਬੰਦੇ ਦਾ, ਤੇ ਤਿੰਨਾਂ ਦਾ 90000। ਔਰ ਇਹ ਦੇਣਾ ਕਿਹਨੂੰ ਪੈਂਦਾ ਜੀ? ਸ਼੍ਰੋਮਣੀ ਕਮੇਟੀ ਆਫਿਸ ਵਾਲੇ, ਦਫ਼ਤਰ ਵਾਲੇ ਕੱਟਦੇ ਨੇ, ਪਰਚੀ ਕੱਟਦੇ ਬਕਾਇਦਾ? ਬਿਲਕੁਲ ਕੱਟਦੇ ਹੋਣਗੇ, ਕਿਉਂਕਿ ਮੈਂ ਤਾਂ ਵੈਸੇ ਜੌਬ ਨਹੀਂ ਕਰਦਾ। ਇਹਦੇ ਬਾਰੇ ਤੁਹਾਨੂੰ ਭਾਈ ਗੁਰਦੇਵ ਸੋਹਣੀ ਕੁਹਾੜਕਾ ਸਾਹਿਬ ਜ਼ਿਆਦਾ ਵਧੀਆ ਆਨਸਰ ਦੇ ਸਕਦੇ ਆ। ਮੈਂ ਤੁਹਾਨੂੰ ਜਿਹੜੀਆਂ ਲੋਕਲ ਕਮੇਟੀਆਂ, ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰੇ ਨਹੀਂ ਆਉਂਦੇ ਜੀ, ਉਹਨਾਂ ਗੁਰਦੁਆਰਿਆਂ ਦੀ ਤੁਹਾਨੂੰ ਦੱਸਦੇ ਆ ਵੀ ਉਹਨਾਂ ਗੁਰਦੁਆਰਿਆਂ ਜਿੰਨੀ ਉਹਨਾਂ ਨੇ ਭੇਟਾ ਫਿਕਸ ਕੀਤੀ ਹੁੰਦੀ, ਚਾਹੇ 1100, ਚਾਹੇ 2100, 3100, ਉਹਦੇ ਵਿੱਚੋਂ 50% ਜਿਹੜੀ ਹੈ ਗੁਰਦੁਆਰਾ ਸਾਹਿਬ ਬਾਰੇ ਲੈ ਲੈਂਦੇ ਆ। ਫਿਰ ਉਸ ਤੋਂ ਵੱਡੀ ਹੋਰ ਤਰਾਸਦੀ ਆ ਵੀ ਜਦੋਂ ਗੁਰਦੁਆਰੇ ਕੀਰਤਨੀ ਸਿੰਘ ਕੀਰਤਨ ਕਰਦੇ ਨੇ ਨਾ, ਜਿਹੜੀ ਸੰਗਤ ਮਾਇਆ ਉਸ ਕੀਰਤਨੀਆਂ ਨੂੰ ਦੇ ਕੇ ਜਾਂਦੇ, ਵਾਜੇ ਤੇ ਰੱਖ ਕੇ ਜਾਂਦੀਆਂ। ਅੱਜ ਕੱਲ੍ਹ ਥੋੜਾ ਜਿਹਾ ਹਾਈ ਫਾਈ ਜਿਹਾ ਸਿਸਟਮ ਕਰ ਲਿਆ, ਲਾਗੇ ਬਾਕਸ ਜਿਹਾ ਰੱਖਿਆ ਹੁੰਦਾ, ਹਾਲਾਂਕਿ ਦੇਖਣ ਨੂੰ ਮਾੜਾ ਲੱਗਦਾ ਹੈ, ਇੰਨਾ ਵਧੀਆ ਨਹੀਂ ਲੱਗਦਾ, ਪਰ ਚਲੋ ਜਿਹੜੀ ਮਾਇਆ ਉਹਦੇ ਵਿੱਚ ਪਾ ਕੇ ਜਾਂਦੇ ਨੇ ਨਾ, ਉਹਦੇ ਵਿੱਚੋਂ ਵੀ 50% ਜਿਹੜੀ ਹੈ ਕਮੇਟੀ ਲੈਂਦੀ, ਉਸੇ ਵੇਲੇ ਕਰ ਲੈਂਦੀ ਹੈ, ਉਸੇ ਵੇਲੇ ਹੀ। ਜੇ ਕਿਤੇ ਕੋਈ ਵਿਆਹ ਸ਼ਾਦੀ ਦਾ ਕਿਸੇ ਦਾ ਹੈ, ਜਾਂ ਕੋਈ ਖਾਸ ਤੌਰ ਤੇ ਕਿਸੇ ਜੱਥੇ ਨੂੰ ਬੁਲਾਉਂਦੇ ਹੈ ਆਪਣੇ ਗੁਰੂ ਘਰ ਦੇ ਵਿੱਚ, ਜਾਂ ਕਿਸੇ ਦਾ ਕੋਈ ਸੋਗ ਦਾ ਭੋਗ ਹੈ ਜਾਂ ਕੁਛ ਹੈ, ਜਦੋਂ ਉੱਥੇ ਜੱਥਾ ਜਾਂਦਾ ਉਹਦੇ ਚੋਂ ਵੀ ਪੈਸਾ ਲਿਆ ਜਾਂਦਾ? ਬਿਲਕੁਲ, ਉਹਦੇ ਚੋਂ ਵੀ ਲਿਆ ਜਾਂਦਾ। ਤਾਂ ਫਿਰ ਇਹ ਜਿਹੜਾ ਉੱਥੇ ਵਾਜੇ ਤੇ ਰੱਖਿਆ ਕਿਸੇ ਨੇ ਆ ਕੇ ਭੇਟਾ, ਉਹ ਕਮੇਟੀ ਨੂੰ ਕੀ ਪਤਾ ਲੱਗਦਾ ਕਿ ਉੱਥੇ ਕਿੰਨੀ ਭੇਟਾ? ਉਹ ਕਈਆਂ ਗੁਰਦੁਆਰਿਆਂ ਤੇ ਉਹਨਾਂ ਨੇ ਆਪਣਾ ਮੈਨੇਜਰ ਇੱਕ ਅਪੁਆਇੰਟ ਕੀਤਾ ਹੁੰਦਾ ਵੀ ਉਹ ਮਾਇਆ ਰਾਗੀ ਸਿੰਘ ਵੀ ਨਹੀਂ ਚੁੱਕ ਸਕਦੇ। ਰਾਗੀ ਸਿੰਘਾਂ ਕੀਰਤਨ ਕਰਕੇ ਚਲੇ ਜਾਣਾ ਤੇ ਉਹ ਬੰਦੇ ਨੇ ਚੁੱਕ ਕੇ ਖੜਨੀ। ਔਰ ਮੈਂ ਪਿਛਲੇ ਕਾਫੀ ਸਮਾਂ ਪਹਿਲਾਂ ਇੱਕ ਪ੍ਰਧਾਨ ਸਾਹਿਬ ਨੂੰ ਕੁਐਸਚਨ ਵੀ ਕੀਤਾ ਸੀਗਾ ਵੀ ਪਹਿਲੀ ਗੱਲ ਤੇ ਕੀਰਤਨ ਕਥਾ ਗੁਰਦੁਆਰਿਆਂ 'ਚ ਬੰਦ ਕਰ ਦਿਓ,
ਉਹਦਾ ਕਾਰਨ ਵੀ ਜੇ ਤੁਹਾਨੂੰ ਇਹਨਾਂ ਬੰਦਿਆਂ ਦੇ ਭਰੋਸਾ ਹੀ ਨਹੀਂ, ਜਿਸ ਬੰਦੇ ਦਾ ਆਪਾਂ ਕੋਈ ਭਰੋਸਾ ਕਰ ਹੀ ਨਹੀਂ ਸਕਦੇ, ਉਹਦੇ ਕੋਲ ਕਥਾ ਕੀਰਤਨ ਸੁਣਨ ਦਾ ਫਾਇਦਾ ਹੀ ਕੋਈ ਨਹੀਂ, ਬਿਲਕੁਲ ਬਿਲਕੁਲ ਕੋਈ ਮਤਲਬ ਹੀ ਨਹੀਂ ਬਣਦਾ। ਬਿਲਕੁਲ। ਜੇ ਸੈਕੰਡਲੀ ਜਿਹੜਾ ਬੰਦਾ ਉੱਥੋਂ ਚੁੱਕ ਕੇ ਦਫ਼ਤਰ 'ਚ ਮਾਇਆ ਲੈ ਕੇ ਆਉਂਦਾ ਹੈ, ਉਹਦਾ ਕੀ ਨਾਪ ਤੋਲ ਆ ਵੀ ਉਹ ਬਹੁਤ ਇਮਾਨਦਾਰ ਹੋਏਗਾ ਤਾਂ ਰਾਗੀ ਸਿੰਘਾਂ ਨੂੰ ਪੂਰਾ ਅੱਧ ਦੇ ਦੇਗਾ, ਉਹ ਵੀ ਹੇਰਾਫੇਰੀ ਕਰ ਸਕਦਾ। ਬਿਲਕੁਲ ਬਿਲਕੁਲ। ਇਸ ਕਰਕੇ ਬੜਾ ਗੰਦਾ ਸਿਸਟਮ ਹੈ, ਮਾਨਸਿਕ ਤੌਰ ਤੇ ਪੀੜਿਤ ਕੀਤਾ ਜਾ ਰਿਹਾ ਸਾਡੀ ਸਮੁੱਚੀ ਪ੍ਰਚਾਰਕ ਸ਼੍ਰੇਣੀ ਨੂੰ। ਇਸ ਕਰਕੇ ਅਸੀਂ ਪਿਛਲੇ ਸਮੇਂ ਤੋਂ ਸਾਰੇ ਵੀਰਾਂ ਨੇ ਰਲ ਕੇ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ, ਇੱਕ ਆਵਾਜ਼ ਉਠਾਈ ਔਰ ਤੁਹਾਡਾ ਸਹਿਯੋਗ ਮੰਗਿਆ ਅਸੀਂ ਮੀਡੀਆ ਵਾਲਿਆਂ ਦਾ ਵੀ ਸਾਡੀ ਆਵਾਜ਼ ਨਹੀਂ, ਪਰ ਅੱਜ ਅਸੀਂ ਵੀ ਚਾਹਾਂਗੇ ਕਿ ਤੁਸੀਂ ਸਾਰੇ ਮੌਜੂਦ ਸ਼ਖਸੀਅਤਾਂ ਹੋ ਪੰਥ ਦੀਆਂ ਔਰ ਉਹ ਸਾਰੀਆਂ ਗੱਲਾਂ ਸਾਹਮਣੇ ਰੱਖੀਏ, ਕੌਮ ਦੇ ਵੀ ਔਰ ਅਸੀਂ ਪੂਰੀ ਦੁਨੀਆ 'ਚ ਵੀ। ਇਹ ਆਪਦੀ, ਹਾਲਾਂਕਿ ਕਿਹਾ ਜਾਂਦਾ ਝੱਗਾ ਚੱਕਿਆ ਆਪਦਾ ਹੀ ਢਿੱਡ ਨੰਗਾ ਹੁੰਦਾ, ਪਰ ਇਹ ਜ਼ਰੂਰੀ ਹੈ ਕਿ ਅਸੀਂ ਬਚਾਈਏ ਕੌਮ ਨੂੰ ਇਸ, ਔਰ ਤੁਹਾਨੂੰ ਮੌਜੂਦ ਸ਼ਖਸੀਅਤਾਂ ਨੂੰ ਇਸ ਪੀੜਤ ਜਿਹੜੀ ਹੋ ਰਹੀ ਹੈ ਉਹਦੇ ਤੋਂ ਬਚਾਈਏ। ਮੈਂ ਭਾਈ ਗੁਰਦੇਵ ਸਿੰਘ ਜੀ ਵੱਲ ਆਉਣਾ ਚਾਹੁੰਦਾ ਕਿ ਭਾਈ ਸਾਹਿਬ ਤੁਸੀਂ ਐਕਸਪਲੇਨ ਕਰੋ ਜਿਹੜੀ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ, ਜਿਹੜਾ ਪਰਚੀ ਕੱਟੀ ਜਾਂਦੀ ਹੈ ਔਰ ਬਾਹਰ ਜਾਂਦੇ ਜਿਵੇਂ ਭਾਈ ਸਾਹਿਬ ਦੱਸ ਰਹੇ ਸੀਗੇ, ਉਹ ਐਕਸਪਲੇਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ, ਬਿਲਕੁਲ ਇਹ ਗੱਲ ਸੱਚ ਆ ਕਿ ਹਰ ਮਹੀਨੇ ਜੇ ਜਥੇ ਨੇ ਜਾਣਾ, ਉਹਨੂੰ ਛੁੱਟੀ ਅਪਲਾਈ ਕਰਨੀ ਪੈਣੀ ਨਾ, ਕਿੰਨੇ ਮਹੀਨੇ ਜਾਣਾ। ਬਿਲਕੁਲ। ਤਾਂ ਉਹਦੇ ਜਾਣ ਤੋਂ ਪਹਿਲਾਂ ਹੀ ਜਿੰਨੇ ਮਹੀਨੇ ਦੀ ਛੁੱਟੀ ਲੈਣੀ ਹੈ ਤੁਸੀਂ, ਪਰ ਮੈਂਬਰ 5000 ਰੁਪਈਆ ਸ਼੍ਰੋਮਣੀ ਕਮੇਟੀ ਜਮ੍ਹਾਂ ਕਰਾਉਣਾ ਹੀ ਪੈਣਾ ਐਡਵਾਂਸ 'ਚ। ਹਾਂ, ਫੇਰ ਛੁੱਟੀ ਤੁਹਾਡੀ ਪਾਸ ਹੋਣੀ ਆ। ਉਹ ਪਹਿਲਾਂ ਦੇਣੇ ਪੈਣੇ ਆ। ਉਹ ਤੁਹਾਨੂੰ ਅੱਗੋਂ ਜਿੱਥੇ ਤੁਸੀਂ ਜਾ ਰਹੇ ਹੋ ਉੱਥੋਂ ਭੇਟਾ ਆਈ ਨਹੀਂ ਆਈ, ਉਹ ਇਸ ਗੱਲ ਦਾ ਕੋਈ ਮਤਲਬ ਨਹੀਂ, ਕੋਈ ਮਤਲਬ ਨਹੀਂ ਆ। ਔਰ ਜਿੰਨੇ ਸਿੰਘ ਤੁਹਾਡੇ ਨਾਲ ਜਾ ਰਹੇ, ਤੁਸੀਂ 4 ਸਿੰਘਾਂ ਦਾ ਜੱਥਾ ਜਾ ਰਹੇ ਹੋ, ਤਾਂ 5000 ਰੁਪਏ ਦੇ ਹਿਸਾਬ ਤੇ ਤੁਹਾਨੂੰ ਬਿਲਕੁਲ ਹਰ ਮਹੀਨੇ ਦੇ ਉਹ ਪਹਿਲਾਂ ਜਮ੍ਹਾਂ ਕਰਾਉਣੇ ਪੈਣੇ ਆ। ਉਹ ਵੀ ਦੇਣਾ ਪੈਣਾ। ਤੇ ਜੇਕਰ ਤੁਸੀਂ ਡਿਊਟੀ ਲੱਗ ਕੇ ਕਿਤੇ ਕੀਰਤਨ ਕਰਨ ਜਾ ਰਹੇ ਹੋ, ਅਗਲੇ ਨੇ ਤੁਹਾਨੂੰ 3100 ਦੇਤਾ, ਤੁਹਾਨੂੰ ਉਹ ਚੋਂ 1500 ਦੇਣਾ ਪੈਣਾ। ਅਗਲੇ ਨੇ 5100 ਦੇਤਾ, ਤੁਹਾਨੂੰ 2500 ਦੇਣਾ ਪੈਣਾ। ਇਹ ਫਿਕਸਡ ਹੈ ਜੀ? ਫਿਕਸਡ ਹੈ। ਔਰ ਇਹ ਸ਼੍ਰੋਮਣੀ ਕਮੇਟੀ ਨੂੰ ਕੀ ਪਤਾ ਹੈ ਕਿ ਤੁਸੀਂ ਉੱਥੇ 5100 ਚ ਜਾਂ 11000 ਚ ਜਾਂ 3100 ਉੱਥੇ ਤੁਹਾਨੂੰ ਜ਼ਿਲ੍ਹਾ ਵਾਈਜ਼ ਬਣਾਇਆ ਹੋਇਆ। ਜਿਵੇਂ ਅੰਮ੍ਰਿਤਸਰ ਲੋਕਲ ਦਾ 1100, ਥੋੜਾ ਜਿਹਾ 200 ਕਿਲੋਮੀਟਰ ਤੇ ਜਾਵਾਂਗੇ 2100, ਪੂਰੇ ਪੰਜਾਬ ਦੇ ਲਾਗੇ ਮੈਨੂੰ ਜਾਵਾਂਗੇ 3100, ਪੰਜਾਬੋਂ ਬਾਹਰ ਜਿੱਥੇ ਵੀ ਤੁਸੀਂ ਜਾਂਦੇ ਆ ਤੁਹਾਨੂੰ 5100 ਦੀ ਰਸੀਦ ਕਟਾਉਣੀ ਪੈਣੀ ਹੈ। ਤੁਹਾਨੂੰ ਅੱਗੋਂ ਚਾਹੇ 10000 ਮਿਲੇ, 11 ਮਿਲੇ, ਜਾਂ ਸ਼ਾਇਦ ਤੁਹਾਨੂੰ 5100 ਹੀ ਅੱਗੋਂ ਭੇਟਾ ਮਿਲ ਜੇ। ਬਸ ਮੈਂ ਹੁਣ ਕੀ ਹਾਲਾਤ ਦੱਸਾਂ ਤੁਹਾਨੂੰ ਵੀ ਨਹੀਂ ਦੱਸੋ ਅੱਜ ਹਾਲਾਤ। ਅੱਜ ਇਹ ਆ ਕਿ ਬਾਹਰ ਜੇ ਦਿੱਲੀ ਜਾਣਾ, ਕਿਸੇ ਜਾਣਾ, ਹੁਣ ਗੱਡੀ ਦਾ ਖਰਚਾ ਕਿੰਨਾ ਆਣਾ? ਕਮ ਸੇ ਕਮ ਜੇ ਟੈਕਸੀ ਕਰਕੇ ਜਾਂਦੇ ਹੋ ਤਾਂ 14-15 ਰੁਪਇਆ ਚਾਰਜਸ ਹੋ ਗਏ ਟੈਕਸੀ ਦੇ, ਗੱਡੀ ਦੇ ਇਸ ਵਕਤ। ਉੱਥੇ ਜੇਕਰ ਕੋਈ ਜਥਾ ਭੇਟਾ ਲਊਗਾ, ਕਿੰਨੀ ਲਊਗਾ? ਫਿਰ 14-15 ਤੇ ਟੈਕਸੀ ਵਾਲੇ ਦਊਗਾ। 5100 ਦੇ ਹਿਸਾਬ ਨਾਲ ਜੇ ਸ਼੍ਰੋਮਣੀ ਕਮੇਟੀ ਤਾਂ ਲਵੇ, ਕਿੰਨਾ ਬਣ ਗਿਆ? 20000 ਤਾਂ ਇਹ ਲਗਭਗ ਹੋ ਗਿਆ। ਤਿੰਨ ਕੋਈ ਰਾਹ 'ਚ ਬੰਦੇ, ਰੋਟੀ ਪਾਣੀ, ਕਿਤੇ ਟੋਲ ਟੈਕਸ ਵਾਲੇ ਢਾਬੇ ਤੇ ਪਰੌਂਠੇ ਵੀ ਖਾਣੇ ਪੈ ਸਕਦੇ। ਪਹਿਲਾਂ ਟੋਲ ਟੈਕਸ ਦੇਖੋ, ਟੋਲ ਟੈਕਸ ਵੀ ਦੇਣੇ ਆ। ਟੋਲ ਟੈਕਸ ਹੋ ਗਿਆ, ਪਾਣੀ ਦੀਆਂ ਬੋਤਲਾਂ ਗਿਣ ਲਓ, ਖਰਚੇ ਤੇ ਖਰਚਾ ਚੜਦਾ। ਓਕੇ, ਉਹ ਤੋਂ ਬਾਅਦ 'ਚ ਜੇ ਕਿਸੇ ਜਥੇ ਨੇ ਉੱਥੇ 31000 ਲਿਆ ਮੰਗ, ਤੇ ਗੁੱਡਾ ਵੱਜ ਜਾਣਾ ਜਦਾ 31000 ਮੰਗਦਾ, ਪਰ ਖਰਚ ਨਹੀਂ ਕੋਈ ਦੱਸਦਾ ਕਿ ਇਹਦੇ ਵਿੱਚ ਖਰਚ ਕਿੰਨੇ ਪੈ ਗਏ। ਟੈਕਸ ਜਜ਼ੀਆ ਜਿਹੜਾ ਟੈਕਸ ਲਿਆ ਜਾ ਰਿਹਾ ਉਹ ਕਿੰਨਾ ਹੈ? ਇਹਨੂੰ ਜਜ਼ੀਆ ਟੈਕਸ ਦਾ ਨਾਮ ਦਿੱਤਾ ਤੁਸੀਂ। ਕੀ ਕਰੀਏ ਫਿਰ? ਹੁਣ ਜ਼ਬਰਦਸਤੀ ਹੈ ਨਾ। ਕਦੋਂ ਤੋਂ ਇਹਦਾ ਇਤਿਹਾਸ ਕੀ ਇਹ ਸ਼ੁਰੂਆਤ 'ਚ ਹਮੇਸ਼ਾ ਤੋਂ ਹੀ ਸ਼੍ਰੋਮਣੀ ਕਮੇਟੀ ਬਣੀ ਨੂੰ 100 ਸਾਲ ਹੋ ਗਏ, ਕੀ ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ ਸੀ? ਜਦ ਦੀ ਮੈਂ ਸੁਰਤ ਸੰਭਾਲੀ, ਜਦ ਦਾ ਮੈਂ ਇਹ ਸਿਸਟਮ 'ਚ ਆਇਆ, ਮੇਰੇ ਤੇ ਆਉਣ ਤੋਂ ਪਹਿਲਾਂ ਹੀ ਹੁੰਦਾ ਸੀ। ਇਹ ਨਹੀਂ ਮੈਨੂੰ ਪਤਾ ਸ਼ੁਰੂ ਕਦੋਂ ਹੋਇਆ, ਕਿੰਨੇ ਕੀਤਾ, ਕੱਖ ਨਹੀਂ ਪਤਾ, ਪਰ ਇਹਨਾਂ ਮੈਨੂੰ ਪਤਾ ਇਹ ਹੁੰਦਾ ਸੀਗਾ। ਹੁਣ ਵੀ ਚੱਲੀ ਜਾਂਦਾ, ਲੱਖ ਯਤਨ ਕੀਤਿਆਂ ਵੀ ਨਹੀਂ ਰੁਕਦਾ। ਅਸੀਂ ਕਿੰਨੀ ਦੇਰ ਹੋ ਗਈ ਅਕਾਲ ਤਖਤ ਸਾਹਿਬ ਤੇ ਚਿੱਠੀ ਦਿੱਤਿਆਂ ਨੂੰ, ਅੱਜ ਤੱਕ ਸਾਨੂੰ ਇੱਕ ਫੋਨ ਵੀ ਨਹੀਂ ਆਇਆ ਕਿ ਸਿੰਘੋ ਤੁਹਾਡੀ ਚਿੱਠੀ ਆਈ, ਅਸੀਂ ਕੁਝ ਕਰਾਂਗੇ। ਸਾਨੂੰ ਨਹੀਂ ਪਤਾ ਉਹਨੇ ਕਦੋਂ ਕਰਨਾ, ਕੀ ਕਰਨਾ। ਪਰ ਇਹੀ ਤਰਾਸਦੀ ਆ। ਤੁਸੀਂ ਤੇ ਕਿਹਾ ਨਾ ਆਪਣਾ ਝੱਗਾ ਚੁੱਕਾਂਗੇ ਢਿੱਡ ਨੰਗਾ ਹੁੰਦਾ, ਮੈਂ ਕਹਿੰਦਾ ਢਿੱਡ ਰਹਿਣਾ ਹੀ ਨਹੀਂ। ਜੇ ਨਹੀਂ ਬੋਲੇ ਢਿੱਡ ਨਹੀਂ ਬਚਨੇ। ਕਿਉਂ? ਅੱਜ ਕਿੰਨੇ % ਰਾਗੀ ਜਿੱਥੇ ਬਾਹਰ ਜਾਂਦੇ ਆ ਤੇ ਉਹ ਜਾ ਕੇ ਜਦੋਂ ਸੈੱਟ ਹੁੰਦੇ ਹਲਕਾ, ਫਿਰ ਉਹ ਆਪਣਾ ਟਰੱਕ ਚਲਾਉਂਦੇ ਨੇ, ਟੈਕਸੀਆਂ ਚਲਾਉਂਦੇ ਨੇ, ਕੀਰਤਨ ਤਾਂ ਛੱਡੀ ਜਾ ਰਹੇ ਚੰਗੇ ਚੰਗੇ ਜਥੇ। ਹਾਂ, ਬਾਹਰ ਜਾ ਕੇ ਕੀਰਤਨ ਛੱਡ ਦਿੰਦੇ ਆ, ਬਾਹਰ ਵੀ ਛੱਡੀ ਜਾ ਰਹੇ ਨੇ। ਤੇ ਇੰਡੀਆ ਵਿੱਚ ਵੀ ਜਿਹੜੀ ਤਰਾਸਦੀ ਬੋਲਣ ਦੀ ਆ ਤਾਂ ਕਾਰਨ ਸਾਡਾ ਕੀ ਹੈ? ਬਾਹਰ ਵੀ ਜਾ ਕੇ ਕੀਰਤਨ ਛੱਡੀ ਜਾਂਦੇ ਨੇ। ਇੰਡੀਆ ਵਿੱਚ ਰਹਿੰਦਿਆਂ ਵੀ ਬੱਚੇ ਨਹੀਂ ਜੇ ਗਾਂ ਕੀਰਤਨ 'ਚ ਪੈ ਰਹੇ ਸੀ, ਤੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ। ਸਾਡੀ ਅਗਲੀ ਨੌਜਵਾਨ ਪੀੜ੍ਹੀ ਨਹੀਂ ਜੇ ਇਸ ਲਾਈਨ 'ਚ ਆ ਰਹੀ। ਬੱਚੇ ਉਹ ਸਿੰਗਰ ਬਣਨਾ ਪਸੰਦ ਕਰਦੇ। ਮੈਂ ਮੋਗੇ ਤਲਵੰਡੀ ਸਾਬੋ ਦਾ ਇੱਕ ਰਾਗੀ ਜੱਥਾ ਹੈ, ਉਹ ਭਾਈ ਸਾਹਿਬ ਨੇ, ਉਹਨਾਂ ਦਾ ਪੁੱਤਰ ਮੇਰੇ ਕੋਲੇ ਆਉਂਦਾ, ਔਰ ਉਹ ਪਹਿਲਾਂ ਨਾਲ ਤਬਲਾ ਵਜਾਉਂਦਾ ਸੀ, ਹੁਣ ਉਹ ਗਾਣੇ ਗਾਣ ਲੱਗ ਗਿਆ। ਔਰ ਅਸੀਂ ਸਾਰੇ ਪ੍ਰਬੰਧਕਾਂ ਨੂੰ ਇਹ ਬੇਨਤੀ ਕਰਦੇ ਹੱਥ ਜੋੜ ਕੇ ਇੱਥੋਂ ਵੀ ਜੇ ਕਬੱਡੀ ਵਾਲਿਆਂ ਨੂੰ ਤੁਸੀਂ ਇੰਨੇ ਨਾ ਮਾਣ ਦਿੰਦੇ ਹੋ, ਦਿਓ। ਮੇਰਾ ਕਿਸੇ ਕਬੱਡੀ ਵਾਲੇ ਨਾਲ ਵੈਰ ਨਹੀਂ ਵੀਰ ਨਾਲ। ਜੇ ਕਬੱਡੀ ਵਾਲੇ ਵੀਰਾਂ ਨੂੰ ਤੁਸੀਂ ਕਰੋੜ ਦਾ ਨਾਮ ਦੇ ਸਕਦੇ ਹੋ, ਟਰੈਕਟਰ ਦੇ ਸਕਦੇ ਹੋ, ਕਈ ਕੁਝ ਕਰਦੇ ਹੋ, ਤੇ ਭਾਈ ਰਾਗੀ ਸਿੰਘਾਂ ਨੂੰ ਕਿਉਂ ਨਹੀਂ?
ਅਸੀਂ ਤਾਂ ਆਪਣਾ ਹੱਕ ਕਹਿ, ਅਸੀਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਸਾਡੀ ਭੇਟਾ ਵਧਾ ਦਿਓ। ਸਾਡੇ 'ਚ ਕਿਸੇ ਜਥੇ ਨੇ ਅੱਜ ਤੱਕ ਇਹ ਤਾਂ ਨਹੀਂ ਕਿਹਾ ਸਾਨੂੰ ਇੰਨੇ ਪੈਸੇ ਦੇ ਦਿਓ। ਅਸੀਂ ਕਹਿੰਦੇ ਹਾਂ ਜਿਹੜਾ ਲੁਕਵਾਂ ਜਿਹੜਾ ਕੰਮ ਹੋ ਰਿਹਾ ਵਾ ਕਿ ਲੋਕਾਂ ਦੇ ਹਿਸਾਬ ਨਾਲ ਇੰਨੇ ਪੈਸੇ ਜਾ ਰਹੇ ਜਿਹੜਾ ਅੱਗੇ ਜਥੇ ਤੇ ਵਿੱਚੋਂ ਟੋਕਾ ਫਿਰੀ ਜਾ ਰਿਹਾ ਵਾ, ਤਾਂ ਉਹ ਤੇ ਬੰਦ ਹੋਵੇ। ਪਰ ਜਿਵੇਂ ਭਾਈ ਮਨਜੀਤ ਸਿੰਘ ਹੁਣੇ ਦੱਸ ਰਹੇ ਸੀਗੇ ਕਿ ਜਿਹੜੀਆਂ ਸ਼੍ਰੋਮਣੀ ਕਮੇਟੀ ਤੋਂ ਬਾਹਰ ਵੀ ਜਿਹੜੀਆਂ ਕਮੇਟੀਆਂ ਨੇ ਉੱਥੇ ਬਕਾਇਦਾ ਬੰਦੇ ਅਪਾਇੰਟ ਨੇ, ਉਹ ਦੇਖਦੇ ਆ, ਔਰ ਜਿਹੜੀ ਵਾਜੇ ਤੇ ਵੀ ਭੇਟਾ ਰੱਖੀ ਗਈ ਉਹ ਚੱਕ ਕੇ ਲੈ ਜਾਂਦੇ, 50% ਉਹਦਾ ਲੈਂਦੇ। 50 ਦੀ ਗੱਲ ਛੱਡੋ, ਇੰਗਲੈਂਡ ਦੇ ਗੁਰਦੁਆਰਿਆਂ ਦੀ ਗਾਥਾ ਸੁਣ ਲਓ। ਇੰਗਲੈਂਡ ਵਿੱਚ ਕੋਈ ਜਥਾ ਜਾਂਦਾ ਹੈ ਨਾ, ਤੇ ਉਹ ਐਸਾ ਸਿਸਟਮ ਬਣਿਆ ਵੀ ਤੁਹਾਡੇ ਉੱਤੇ ਭਾਵੇਂ 700 ਪਾਉਂਡ ਹੋ ਜਾਏ ਕੀਰਤਨ ਦੀ ਸਤਕਾਰ ਵਿੱਚ, ਉੱਥੇ ਕਈਆਂ ਗੁਰਦੁਆਰਿਆਂ 'ਚ 31 ਪਾਉਂਡ ਆ ਤੇ ਕਈਆਂ 'ਚ 51 ਪਾਉਂਡ ਆ। ਜੋ ਮੇਰੇ ਸੁਣਨ 'ਚ ਆਇਆ, ਭਾਈ ਸਾਹਿਬ ਤਾਂ ਜਾ ਕੇ ਵੀ ਆਏ ਆ, ਭਾਈ ਸੰਦੀਪ ਸਿੰਘ ਹੋਣੀ ਲੋਪੋਗੇ ਸਾਹਿਬ। ਬੇਨਤੀ ਹੈ ਵੀ ਉੱਥੇ ਤਾਂ ਸਿੱਧਾ ਫਿਕਸ ਕੀਤਾ ਕਿ ਸਿੰਘੋ ਤੁਸੀਂ ਇੰਨੇ ਹੀ ਲੈ ਸਕਦੇ ਆ ਵਿੱਚੋਂ, ਉਦੋਂ ਬਾਅਦ ਚਾਹੇ ਜਿੰਨੇ ਮਰਜ਼ੀ, ਚਾਹੇ ਕੋਈ $1000 ਰੱਖਦੇ ਆ, ਜਿੰਨਾ ਮਰਜ਼ੀ ਹੋ ਗਿਆ ਉਹ ਚੱਕ ਕੇ ਗੋਲਕ 'ਚ ਪੈਂਦੇ ਆ। ਭਾਈ ਸਾਹਿਬ ਤੁਸੀਂ ਜਾ ਕੇ ਆਏ ਹੋ, ਮੈਂ ਚਾਹਣਾ ਕਿ ਤੁਸੀਂ ਇਹਦੇ ਬਾਰੇ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਿਛਲੇ ਸਮੇਂ ਦੇ ਵਿੱਚ ਅਕਤੂਬਰ ਨਵੰਬਰ ਵਿੱਚ UK ਵਿਖੇ ਹੀ ਸੀਗਾ, ਤੇ ਉੱਥੇ ਬਹੁਤ ਮਾੜੇ ਹਾਲਾਤ ਨੇ ਕਮੇਟੀਆਂ ਦੇ ਜੀ। ਬੜੀਆਂ ਵੱਡੀਆਂ ਸਿੰਘ ਸਭਾਵਾਂ, ਜ਼ਿਆਦਾਤਰ, ਸਾਰੇ ਨਹੀਂ ਪਰ ਬਹੁਤ ਗਿਣਤੀ ਦੇ ਵਿੱਚ ਉੱਥੇ ਦੀ ਰੀਤ ਹੀ ਬਣ ਚੁੱਕੀ ਆ ਕਿ ਸਾਰੇ ਪੈਸੇ ਚੁੱਕ ਕੇ ਗੋਲਕ ਦੇ ਵਿੱਚ ਪਾ ਦੇਣੇ। ਹਾਲਾਂਕਿ ਹੋਰ ਵੀ ਕੰਟਰੀਆਂ ਨੇ, ਆਸਟ੍ਰੇਲੀਆ ਵਰਗੀਆਂ ਬੜੇ ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ, ਅੱਛੀਆਂ ਪ੍ਰਬੰਧਕ ਕਮੇਟੀਆਂ, ਜੋ ਕਿ ਕੀਰਤਨੀਆਂ ਸਿੰਘਾਂ ਨੂੰ ਟਿਕਟਾਂ ਤੱਕ ਵੀ ਦਿੰਦੇ ਨੇ ਇੰਡੀਆ ਤੋਂ ਆਉਣ ਦੀਆਂ, ਔਰ ਪੈਸੇ ਵੀ ਨਹੀਂ ਚੱਕਦੇ, ਔਰ ਖੂਬ ਮਾਇਆ ਰਾਹੀਂ ਮਾਣ ਸਤਿਕਾਰ ਕਰਦੇ ਕੀਰਤਨੀ ਜਥਿਆਂ ਦਾ। ਪਰ UK ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਇਹ ਚੀਜ਼ ਦੇਖੀ ਗਈ ਹੈ ਕਿ ਅੰਤਮ ਅਰਦਾਸ ਦਾ ਜਦੋਂ ਪ੍ਰੋਗਰਾਮ ਹੁੰਦਾ, ਕੀਰਤਨੀਆਂ ਸਿੰਘਾਂ ਨੂੰ 200 ਪਾਉਂਡ ਹੋ ਜੇ, 1000 ਹੋ ਜੇ, ਉਹਨਾਂ 30 ਪਾਉਂਡ ਦੇਣੇ ਜੀ, ਫਿਕਸ 30 ਪਾਉਂਡ ਦੇ। ਉਦੋਂ ਵੱਧ ਤੁਸੀਂ ਨਹੀਂ ਚੱਕ ਸਕਦੇ, ਤੁਸੀਂ ਮਤਲਬ ਉਹ ਚੱਕ ਹੀ ਨਹੀਂ ਸਕਦੇ, ਹੱਥ ਵੀ ਨਹੀਂ ਲਾ ਸਕਦੇ ਜੀ। ਉਹ ਉਹਨਾਂ ਨੇ ਆਪ ਹੀ, ਉਹਨਾਂ ਦਾ ਜਿਹੜੇ ਵਾਜੇ ਤੇ ਵੀ, ਜਿਹੜੇ ਵਾਜੇ, ਹਾਂਜੀ, ਸਟੇਜ ਤੋਂ ਚੁੱਕ ਕੇ ਉਹਨਾਂ ਨੇ ਗੋਲਕ ਚ ਪਾ ਦੇਣੇ। ਤੁਹਾਨੂੰ ਰਾਗੀ ਸਿੰਘਾਂ ਨੂੰ 30 ਪਾਉਂਡ ਦੇਣੇ, ਤੇ ਅੱਗੋਂ 3 ਬੰਦੇ ਨੇ ਜੀ, ਤੋਂ 10-10 ਪਾਉਂਡ ਆਉਣੇ, 30 ਵੀ ਨਹੀਂ ਹੈਗੇ ਪੂਰੇ, 10-10 ਪਾਉਂਡ ਆਏ। ਅਗਰ ਜੇ ਆਨੰਦ ਕਾਰਜ ਨੇ ਤੇ ਉੱਥੇ 100 ਪਾਉਂਡ ਜਾਂ ਕਈ 51 ਪਾਉਂਡ। ਅਕਸਰ ਆਨੰਦ ਕਾਰਜਾਂ ਤੇ ਕੀਰਤਨੀਆਂ ਸਿੰਘਾਂ ਤੋਂ ਸੁਣਿਆ ਵੀ ਬਹੁਤ ਜ਼ਿਆਦਾ ਮਾਇਆ ਹੋ ਜਾਂਦੀ, ਕਈ ਵਾਰੀ 2-2, 2.5-2.5 ਹਜ਼ਾਰ, 3-3 ਹਜ਼ਾਰ ਪਾਉਂਡ, ਕਿਉਂਕਿ ਕੀਰਤਨੀਆਂ ਸਿੰਘਾਂ ਨੂੰ ਪਤਾ ਲੱਗ ਜਾਂਦਾ। ਤੋ ਉਹਦੇ ਵਿੱਚ ਵੀ 100 ਪਾਉਂਡ ਦਿੱਤਾ ਜਾਂਦਾ ਕੇਵਲ, ਬਾਕੀ ਸਾਰੇ ਇਕੱਠੇ ਕਰਕੇ ਤੇ ਗੋਲਕ ਦੇ ਵਿੱਚ ਪਾ ਦੇ। ਤੇ ਸਾਡੇ ਨਾਲ ਵੀ 1-2 ਜਗ੍ਹਾ ਤੇ ਉੱਥੇ ਇੰਗਲੈਂਡ ਹੋਇਆ, ਤੇ ਅਸੀਂ ਪ੍ਰੋਗਰਾਮ ਸਾਨੂੰ ਕੈਂਸਲ ਕਰਨੇ ਪਏ ਇਸ ਚੱਕਰ ਦੇ ਵਿੱਚ। ਪਹਿਲਾਂ ਦੱਸਿਆ ਨਹੀਂ ਹੁੰਦਾ ਤੁਹਾਨੂੰ ਜਦੋਂ ਤੁਸੀਂ ਜਾਂਦੇ ਹੋ, ਜਦੋਂ ਕਮੇਟੀ ਬੁਲਾਉਂਦੀ ਹੈ, ਇਹ ਗੱਲਾਂ ਪਹਿਲਾਂ ਖੋਲਦੇ ਨਹੀਂ? ਅਸੀਂ ਅਕਸਰ ਜਿਹੜੇ ਦਰਬਾਰ ਸਾਹਿਬ ਦੇ ਜਥੇ ਜਾਂ ਹੋਰ ਭਾਈ ਨਾਮਵਰ ਜਥੇ ਜਦੋਂ ਜਾਂਦੇ ਨੇ, ਉਹ ਮਹੀਨੇ ਕੁ ਵਾਸਤੇ ਟੂਰ ਵਾਸਤੇ ਜਾਂਦੇ ਨੇ, 1.5-2 ਮਹੀਨੇ ਦੇ ਕੋਈ ਟੂਰ ਹੁੰਦੇ ਨੇ। ਜਿਹੜੇ ਉੱਥੇ 2-2 ਸਾਲ ਲਈ ਜਰਾਗੀ ਜਥੇ ਜਾਂਦੇ ਨੇ, ਜਾਂ ਸਾਲ ਵਾਸਤੇ ਜਿਹੜੇ ਉੱਥੇ ਜੌਬ ਕਰਦੇ ਨੇ ਜਾ ਕੇ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਉਹਨਾਂ ਦੇ ਨਾਲ ਕੀ ਹੋ ਰਿਹਾ। ਸਾਡੇ ਨਾਲ ਵੀ ਇਹ ਹਾਲਾਤ ਹੁੰਦੇ ਕਿ ਉੱਥੋਂ ਦੀ ਇੱਕ ਰਵਾਇਤ ਹੋ ਚੁੱਕੀ ਹੈ ਕਿ ਕੋਲੋਂ ਭੇਟਾ ਦੇਣੀ ਨਹੀਂ, ਵੀ ਜਿਹੜੇ ਉੱਤੋਂ ਹੋਣਗੇ ਤੁਹਾਨੂੰ ਉੱਕੇ ਪੁੱਕੇ ਦੇ ਦਾਂਗੇ ਜੀ, 200 ਪਾਉਂਡ ਦੇ ਦਾਂਗੇ, 250 ਪਾਉਂਡ ਦੇ ਦਾਂਗੇ, ਤੇ ਉੱਪਰਲੇ ਨਹੀਂ ਜੀ ਅਸੀਂ ਦੇਣੇ। ਤੇ ਅਸੀਂ ਪ੍ਰਬੰਧਕ ਕਮੇਟੀਆਂ ਦੇ ਨਾਲ, 2-3 ਕਮੇਟੀਆਂ ਦੇ ਨਾਲ ਹੋਇਆ ਕਿ ਸਾਨੂੰ ਮੌਕੇ ਤੇ ਪ੍ਰੋਗਰਾਮ ਵੀ ਕੈਂਸਲ ਕਰਨੇ ਪਏ। ਉਹ ਕਹਿੰਦੇ ਜੀ ਅਸੀਂ ਉੱਪਰਲੇ ਨਹੀਂ ਦਿੰਦੇ। ਮੈਂ ਕਿਹਾ ਜੀ ਫਿਰ ਅਸੀਂ ਵੀ ਨਹੀਂ ਦਿੰਦੇ। ਸੰਗਤ ਕਿਤੇ ਤਾਂ ਨਹੀਂ ਕਹਿੰਦੀ ਵੀ ਭਾਈ ਸਾਹਿਬ ਲਾਲਚੀ ਹੋਈ ਜਾਂਦੇ ਆ? ਨਹੀਂ ਕਰਨ ਸੇਵਾ ਆਏ ਹੋ। ਇਹ ਵੀ ਇੱਕ ਸਵਾਲ ਹੈ ਜਿਹਦੇ ਤੇ ਮੈਂ ਆਉਂਗਾ। ਮੈਂ ਭਾਈ ਸਰਬਜੀਤ ਸਿੰਘ ਜੀ ਵੱਲ ਜਾਣਾ ਚਾਹੁੰਦਾ। ਇੱਥੋਂ ਦੀਆਂ ਸਾਡੀਆਂ ਜਿਹੜੀਆਂ ਕਮੇਟੀਆਂ ਨੇ, ਜਿਹੜੀਆਂ ਬਹੁਤ ਨਾਮ ਹੈ ਜਿੱਥੇ ਕਮੇਟੀਆਂ ਦਾ, ਔਰ ਬੜੇ ਵੱਡੇ ਗੁਰੂ ਘਰ ਜਿੱਥੇ ਬਹੁਤ ਸੰਗਤ ਜਾਂਦੀ ਹੈ, ਕੁੱਟਮਾਰ ਤੱਕ ਹੁੰਦੀ ਹੈ ਰਾਗੀਆਂ ਨਾਲ ਉੱਥੇ? ਬਿਲਕੁਲ ਹੁੰਦੀ ਹੈ ਜੀ। ਕਈ ਗੁਰਦੁਆਰੇ ਤਾਂ ਐਸੇ ਹੈ ਕਿ ਉੱਥੋਂ ਦਾ ਜਿਹੜਾ ਸਟਾਫ ਹੈ ਨਾ, ਉਹ ਦਫ਼ਤਰ ਨਹੀਂ ਕਹਿੰਦਾ ਉਹਨੂੰ ਥਾਣਾ ਕਹਿੰਦਾ ਕਿ ਇਹ ਥਾਣੇ ਵਰਗਾ ਸਾਡੇ ਨਾਲ ਵਿਹਾਰ ਕਰਦੇ ਆ। ਜੇ ਕਿਸੇ ਕੋਲ ਗਲਤੀ ਹੋ ਜਾਂਦੀ ਆ, ਕੋਈ ਸੰਵਿਧਾਨ, ਕੋਈ ਕਾਨੂੰਨ ਹੁੰਦਾ, ਪਰ ਉਹ ਤਾਂ ਕਾਨੂੰਨ ਨੂੰ ਵੀ ਨਹੀਂ ਮੰਨਦੇ। ਉਹ ਤਾਂ ਫਿਰ ਡਾਂਗਾ ਚੱਕ ਕੇ ਬੋਰੀ 'ਚ ਪਾ ਕੇ ਕੁੱਟਦੇ। ਬੋਰੀ 'ਚ ਪਾ ਕੇ? ਹਾਂਜੀ। ਔਰ ਮੈਂ ਸੁਣਿਆ ਲੁਧਿਆਣੇ 'ਚ ਵੀ ਹੋਇਆ ਇਹ। ਬਿਲਕੁਲ ਹੁੰਦਾ, ਤੇ ਸਾਰਿਆਂ ਨੂੰ ਪਤਾ ਵੀ ਹੈ ਕਿ ਕਿੱਥੇ ਹੁੰਦਾ। ਤੇ ਇਸ ਕਰਕੇ ਤਰਾਸਦੀ ਜੇ ਗੁਰੂ ਘਰ 'ਚ ਰਹਿ ਕੇ ਵੀ ਦਇਆ ਨਾ ਆਈ ਮਨ ਦੇ ਵਿੱਚ, ਮੈਨੂੰ ਤਾਂ ਇਹੀ ਹੈ ਕਿ ਜਿੰਨਾ ਵੀ ਸਟਾਫ ਹੁੰਦਾ, ਕਿਉਂਕਿ ਧਰਮ ਜਿਹੜਾ ਦਇਆ ਤੇ ਖੜਾ ਹੁੰਦਾ, ਜੇ ਗੁਰੂ ਘਰ 'ਚ ਦਇਆ ਹੀ ਨਾ ਹੋਈ, ਭਾਵੇਂ ਗੁਨਾਹ ਕਿੰਨਾ ਵੀ ਮਰਜ਼ੀ ਵੱਡਾ ਹੋਵੇ,
ਜਿਹੜਾ ਇੱਕ ਸਾਡਾ ਮਤਲਬ ਤੁਸੀਂ ਸੰਵਿਧਾਨਿਕ ਅੱਖੀ ਦੇਖਿਆ? ਬਿਲਕੁਲ ਦੇਖਿਆ, ਤੁਹਾਡੇ ਸਾਹਮਣੇ ਕੁੱਟਿਆ ਗਿਆ ਰਾਗੀ ਸਿੰਘ? ਬਿਲਕੁਲ ਬਿਲਕੁਲ ਕੁੱਟਿਆ ਗਿਆ। ਬੋਰੀ 'ਚ ਪਾ ਕੇ ਕੁੱਟਿਆ ਗਿਆ? ਬੋਰੀ ਦੇ ਵਿੱਚ ਪਾ ਕੇ ਕੁੱਟਣ ਦਾ ਮਤਲਬ ਇਹ ਹੁੰਦਾ ਕਿ ਇੱਕ ਬੰਦੇ ਨੂੰ ਮਤਲਬ ਬਿਠਾ ਲੈਣਾ ਜਿੱਦਾਂ ਮੁਜਰਮ ਬੈਠਾ ਹੁੰਦਾ, ਬੰਨ ਲੈਣਾ। ਹਾਂ, ਤੇ ਨਾਲ 4 ਬੰਦੇ ਡਾਂਗਾ ਖੜਾ ਲੈ ਕੇ ਖੜੇ ਹੋ ਜਾਣੇ ਉਹਦੇ ਆਲੇ ਦੁਆਲੇ। ਇੱਕ ਥੱਕ ਜਾਂਦਾ ਤੇ ਦੂਜਾ ਸ਼ੁਰੂ ਹੋ ਜਾਂਦਾ ਸੀ। ਇਸ ਕਰਕੇ ਤਰਾਸ ਦੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਅਸੀਂ ਥਾਣਿਆਂ 'ਚ ਤਾਂ ਦੇਖਿਆ ਸੀ ਕਿ ਉਹਨਾਂ 'ਚ ਦਇਆ ਨਹੀਂ ਹੁੰਦੀ ਹੈ ਨਾ, ਉਹ ਮੁਜਰਮ ਨੂੰ ਉਹਨਾਂ ਦੇ ਤਾਂ ਗੁਨਾਹ ਵੀ ਬੜੇ ਬੜੇ ਵੱਡੇ ਹੁੰਦੇ। ਇੱਥੇ ਕੀ ਗੁਨਾਹ ਹੋਊਗਾ ਕਿ ਕਿਸੇ ਨੇ ਜੇ ਅਰਦਾਸ ਕੀਤੀ ਆ ਤੇ 100 ਰੁਪਈਆ ਜੇ ਕਿਸੇ ਨੇ ਰੱਖਤਾ ਤੇ ਕਈ ਵਾਰੀ ਮਨ ਦੇ ਵਿੱਚ ਆ ਜਾਂਦਾ ਕਿ ਚਲ ਮੈਂ 100 ਰੁਪਈਆ ਜੇਬ 'ਚ ਪਾ ਲੈਣਾ, ਇਹ ਗੁਨਾਹ ਹੋ ਜਾਂਦਾ। ਜੇ ਕਿਸੇ ਰਾਗੀ ਸਿੰਘ ਨੇ ਮੰਨ ਲਓ ਕਿ ਕਿਤੇ ਭੇਟਾ, ਹੁਣ ਜਿੱਦਾਂ ਇਹ ਗੱਲ ਕੀਤੀ ਕਿ ਕਿੱਦਾਂ ਪੂਰੇ ਕਟਾਉਣੇ ਜਾਂ ਰਸੀਦ ਕਿੱਦਾਂ ਕਟਾਈ ਜਾਂਦੀ ਹੈ, ਜੇ ਕਿਸੇ ਨੇ ਮਾੜੀ ਜਿਹੀ ਵੀ ਸ਼ਿਕਾਇਤ ਕਰਤੀ ਕਿ ਇਹਨਾਂ ਨੂੰ ਤੇ ਇੱਥੇ ਇੰਨੇ ਪੈਸੇ ਹੋਏ ਹੋਣਗੇ ਉਹ ਪਤਾ ਨਹੀਂ ਕੀਤਾ ਜਾਂਦਾ, ਹੋਏ ਕਿ ਨਹੀਂ ਹੋਏ, ਉਹ ਪਤਾ ਨਹੀਂ ਕੀਤਾ ਜਾਂਦਾ ਕਿ ਪਤਾ ਕਰ ਲਈਏ। ਬਸ ਉਹਨਾਂ ਨੂੰ ਦੇਖਣਾ ਕਿ ਇਦਾਂ ਹੀ ਹੋਇਆ ਹੋਣਾ, ਬਸ ਉਹ ਚੀਜ਼ ਨੂੰ ਲੈ ਕੇ। ਜੱਥੇ ਦੇ ਸਿੰਘ ਜਿਹੜੇ ਨਾਲ ਹੁੰਦੇ ਆ ਉਹਨਾਂ ਦੀ ਜ਼ਲਾਲਤ ਹੁੰਦੀ ਹੈ ਜਾਂ ਰਾਗੀ ਸਿੰਘ ਜਿਹੜੇ ਨੇ ਉਹਨਾਂ ਦੀ? ਤਿੰਨਾਂ ਦੀ ਹੀ ਹੁੰਦੀ ਹੈ, ਤਿੰਨਾਂ ਦੀ ਹੀ ਹੁੰਦੀ ਹੈ। ਔਰ ਇੱਥੋਂ ਤੱਕ ਕਿ ਜਿਹੜੇ ਅੱਜ ਨਾਮੀ ਸਾਡੇ ਪੰਥ ਦੇ ਵਿਚਾਰਕ ਨੇ ਉਹਨਾਂ ਬਾਰੇ ਵੀ, ਭਾਈ ਪਿੰਦਰਪਾਲ ਸੋਨਾ ਬਾਰੇ ਵੀ ਮੈਂ ਸੁਣਿਆ ਕਿ ਲੁਧਿਆਣੇ ਦੇ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਜ਼ਲੀਲ ਕੀਤਾ ਗਿਆ। ਬਿਲਕੁਲ ਕੀਤਾ ਗਿਆ ਸੀ। ਤੁਸੀਂ ਇਹ ਉਹਨਾਂ ਨੂੰ ਚਾਹੇ ਫੋਨ ਕਰਕੇ ਜਾਂ ਜਦੋਂ ਵੀ ਇੱਥੇ ਆਉਂਦੇ ਨੇ ਉਹਨਾਂ ਦੀ ਇੰਟਰਵਿਊ ਜ਼ਰੂਰ ਕਰਿਓ, ਉਹ ਤੁਹਾਨੂੰ ਆਪਣੇ ਜ਼ੁਬਾਨ ਦੇ ਨਾਲ ਦੱਸਣਗੇ ਕਿ ਕੀ ਹੋਇਆ ਸੀ ਉਹਨਾਂ ਦੇ ਨਾਲ। ਸਮਾਨ ਕਹਿੰਦੇ ਉਸੇ ਵੇਲੇ ਤੁਰੰਤ ਕੱਢ ਦਿੱਤਾ ਜਾਂਦਾ ਹੈ। ਬਿਲਕੁਲ ਇਦਾਂ ਹੀ ਬਾਹਰ ਮਾਰੀਆਂ ਜਾਂਦੀਆਂ ਚੀਜ਼ਾਂ ਚੱਕ ਕੇ, ਕਮਰੇ ਖਾਲੀ ਕਰਾ ਲਏ ਜਾਂਦੇ। ਬਿਲਕੁਲ ਕਰਾਏ ਜਾਂਦੇ। ਇਹ ਸੱਚਾਈ ਹੈ, ਇਹ ਸਾਡੀ ਤਰਾਸਦੀ ਹੈ। ਮੈਂ ਫਿਰ ਕਹਿਣਾ ਕਿ ਗੁਰੂ ਘਰਾਂ ਦੇ ਵਿੱਚ ਨਾ ਦਇਆ ਹੋਣੀ ਚਾਹੀਦੀ ਕਿ ਲੋਕੀ ਸਿੱਖਦੇ ਆ ਗੁਰੂ ਘਰ ਦੇ ਵਿੱਚ ਆ ਕੇ। ਕੋਈ ਬਹੁਤ ਕਰੂਰ ਬੰਦਾ ਵੀ ਆ ਕੇ ਉਹਨੂੰ ਦਇਆ ਆ ਜਾਣੀ ਚਾਹੀਦੀ ਕਿ ਗੁਰੂ ਘਰ ਦੇ ਇਦਾਂ ਦਾ ਸਿਸਟਮ, ਪਰ ਉੱਥੇ ਜਿਹੜੇ ਵਿਚਾਰੇ ਦਇਆ ਵਾਲੇ ਆਉਂਦੇ ਉਹ ਵੀ ਡਰ ਕੇ ਭੱਜ ਜਾਂਦੇ ਕਿ ਇੱਥੇ ਤਾਂ ਵਾਕਿਆ ਹੀ ਤਾਂ ਥਾਣਾ ਹੀ ਬਣਾਇਆ ਪਿਆ ਨਾ। ਮੈਂ ਭਾਈ ਬਲਵਿੰਦਰ ਸਿੰਘ ਜੀ ਹੁਣਾਂ ਵੱਲ ਆਉਣਾ ਚਾਹੁੰਦਾ ਕਿ ਤੁਸੀਂ ਵਿਦੇਸ਼ਾਂ 'ਚ ਵੀ ਗਏ ਹੋ, ਇੱਥੇ ਵੀ ਹੈ। ਆਮ ਤੌਰ ਤੇ ਜਦੋਂ ਰਾਗੀ ਸਿੰਘਾਂ ਦਾ ਨਾਮ, ਉਹ 10-15 ਨਾਮੀ ਨਾਮ, ਤੁਸੀਂ ਵੀ ਪੰਥ ਦੀਆਂ ਮੌਜੂਦ ਸ਼ਖਸੀਅਤਾਂ ਇੱਥੇ ਬੈਠੀਆਂ ਹੋ, ਹੋਰ ਜਿਹੜੇ ਨਾਮ ਨੇ, ਮੈਂ ਚਾਹੁੰਦਾ ਕਿ ਤੁਸੀਂ ਪਿੰਡਾਂ 'ਚ ਬੈਠੇ ਜਾਂ ਜਿਹੜੇ ਗੁਮਨਾਮ ਰਾਗੀ ਜੱਥੇ ਨੇ ਉਹਨਾਂ ਦੀ ਜ਼ਿੰਦਗੀ ਕੈਸੀ ਹੈ, ਉਹਨਾਂ ਦੇ ਪਰਿਵਾਰਾਂ ਦੇ ਹਾਲਾਤ ਕੈਸੇ ਨੇ, ਉਹਨਾਂ ਬਾਰੇ ਥੋੜਾ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੱਕੜ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਸੀਂ ਪਿੰਡਾਂ 'ਚ ਰਹਿਣ ਵਾਲੇ ਹਾਂ ਔਰ ਅੱਜ ਵੀ ਪਿੰਡਾਂ 'ਚ ਰਹਿੰਦੇ ਹਾਂ। ਜਿਹੜੇ ਪਿੰਡਾਂ ਦੇ ਗ੍ਰੰਥੀ ਸਿੰਘਾਂ ਦੇ ਹਾਲਾਤ ਆ ਨਾ, ਉਹ ਬਹੁਤ ਨਾਜ਼ੁਕ ਆ, ਬਹੁਤ ਨਾਜ਼ੁਕ ਆ। ਵੱਡੀ ਤੋਂ ਵੱਡੀ ਛਾਲ ਮਾਰੀ ਜਾਂਦੀ ਆ ਵੀ ਅਸੀਂ ਤਾਂ ਆਪਣੇ ਗੁਰਦੁਆਰੇ ਦੇ ਗ੍ਰੰਥੀ ਨੂੰ ਜੀ 4000 ਰੁਪਈਆ ਦੇਣੇ। ਅਜੇ ਕੱਲ ਪਰਸੋਂ ਸਾਡੇ ਨਗਰ ਦੇ ਹੀ ਮਤਲਬ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੀ, ਉਹ ਬੈਠਿਆ ਮੇਰੇ ਨਾਲ ਘਰ ਵਿਚਾਰ ਹੋ ਰਹੀ ਤੇ ਮੈਨੂੰ ਕਹਿੰਦੇ ਜੇ ਪਹਿਲਾਂ 4000 ਸੀ ਹੁਣ 6000 ਕਰਤੀ। ਤੇ ਮੈਂ ਉਹਨੂੰ ਆਖਿਆ ਵੀ ਬੜੀ ਛਾਲ ਮਾਰੀ, ਬੜੀ ਉਪਲਬਧੀ ਦੱਸਦੇ ਆ ਇਹ। ਵੀ ਬਹੁਤ ਵੱਡੀ ਛਾਲ ਮਾਰਤੀ, ਪਿੱਛੋਂ 6000 ਰੁਪਈਆ ਕਰਤੀ। ਮੈਂ ਕਿਹਾ 6000 ਨਾਲ ਖਰਚਾ ਕਿੱਥੇ ਪੂਰਾ ਹੁੰਦਾ। ਔਰ ਦੂਸਰੀ ਗੱਲ ਵੇਖੋ, ਸੋਚਣ ਵਾਲੀ ਗੱਲ, ਮੈਂ ਸੋਚਦਾ ਹੁੰਦਾ ਹੈ ਜਿੰਨੇ ਬਾਹਰ ਜਾਣਾ ਹੈ ਜਾਂ ਕੋਈ ਵੀ ਕੰਮ ਆ, ਉਹ ਜਾ ਕੇ ਪਹਿਲਾਂ ਸਭ ਤੋਂ ਅਰਦਾਸਾਂ ਕਰਾਉਂਦਾ ਗ੍ਰੰਥੀ ਸਿੰਘ ਕੋਲ ਜੀ, ਵੀ ਬਾਬਾ ਜੀ ਮੇਰੀ ਅਰਦਾਸ ਕਰੋ, ਮਹਾਰਾਜ ਨੂੰ ਅਰਜ਼ੋਈ ਕਰੋ, ਮੇਰਾ ਵੀਜ਼ਾ ਲੱਗ ਜਾਏ, ਮੈਂ ਵਿਦੇਸ਼ ਚਲਾ ਜਾ। ਅਰਦਾਸਾਂ ਤੇ ਕਰਾਈਆਂ ਵਿਦੇਸ਼ ਜਾਣ ਦੀਆਂ ਗ੍ਰੰਥੀ ਕੋਲੋਂ, ਤੇ ਜਦੋਂ ਆ ਗਏ 4 ਪੈਸੇ ਤੇ ਫਿਰ ਜੇ ਦੀਵਾਨ ਆਪਾਂ ਵੇਖਦੇ ਹਾਂ ਸੱਭਿਆਚਾਰਕ ਮੇਲਾ ਜੀ, ਉੱਥੇ 50-50 ਹਜ਼ਾਰ ਲੱਖ ਰੁਪਈਆ ਲਾ ਦੇਣਾ, ਫਿਰ ਕਬੱਡੀ ਮੈਚਾਂ ਤੇ ਦੂਜਿਆਂ ਤੇ ਪੈਸਾ ਖਰਚਣਾ, ਪਰ ਭੌਂ ਕੇ ਕਦੀ ਗ੍ਰੰਥੀ ਸਿੰਘ ਨੂੰ ਨਹੀਂ ਪੁੱਛਿਆ ਵੀ ਤੇਰਾ ਮਿੱਤਰਾ ਕੀ ਹਾਲ ਆ। ਪਿੰਡ ਵਾਲਾ ਜਿੱਥੋਂ ਤੁਰੇ ਸੀ, ਹਾਂ, ਜਿਹਨੇ ਅਰਦਾਸਾਂ ਕੀਤੀਆਂ, ਜਿਹਨੇ ਰਜੋਈਆਂ ਕੀਤੀਆਂ, ਉਹਦੇ ਪਰਿਵਾਰ ਬਾਰੇ ਨਹੀਂ ਸੋਚਿਆ ਜਾਂਦਾ। ਜੇ ਯਤਨ ਕਰਨ, ਮੈਂ ਬੇਨਤੀ ਕਰੂੰਗਾ ਜਿਹੜੇ ਪਰ ਇਹਨਾਂ ਜ਼ਿਆਦਾਤਰ ਪਰਿਵਾਰਾਂ ਦੇ ਥੋੜੇ ਹਾਲਾਤਾਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਥੋੜਾ ਉਹ ਦੱਸੋ ਕਿ ਜਿਵੇਂ ਮੈਂ ਪਿੰਡਾਂ ਦਾ ਜ਼ਿਕਰ ਖਾਸ ਤੌਰ ਤੇ ਕੀਤਾ, ਤੁਸੀਂ ਕਿਹਾ 4-6 ਹਜ਼ਾਰ ਰੁਪਇਆ ਤਨਖਾਹ ਹੈ। ਅੱਜ ਦਿਹਾੜੀ ਵਾਲਾ ਵੀ ਜੇ ਉਹਨੂੰ 25 ਦਿਨ ਦਿਹਾੜੀ ਲੱਗ ਜੇ ਤਾਂ ਉਹ 7-8 ਹਜ਼ਾਰ ਰੁਪਇਆ ਕਮਾ ਲੈਂਦਾ ਹੈ। ਉਹਨਾਂ ਦੇ ਹਾਲਾਤ, ਉਹਨਾਂ ਦੇ ਬੱਚਿਆਂ ਦੇ ਕੀ ਹਾਲਾਤ ਨੇ, ਉਹ ਅੱਗੋਂ ਕੀ ਕਰ ਰਹੇ ਹੈ, ਕੀ ਉਹ ਪ੍ਰੇਰਿਤ ਹੋ ਰਹੇ ਹੈ ਜਾਂ ਛੱਡ ਕੇ ਜਾ ਰਹੇ ਹੈ ਇਸ ਮੌਜੂਦ ਕਿੱਤੇ ਨੂੰ। ਔਰ ਇਹ ਸੱਚ ਹੈ, ਅੱਜ ਸਾਡੇ ਪਿੰਡਾਂ ਵਿੱਚ ਵੀ ਬਹੁਤ ਘੱਟ ਗਿਣਤੀ 'ਚ ਪਾਠੀ ਸਿੰਘ ਉਪਲਬਧ ਹੋ ਰਹੇ। ਸਾਡੀ ਨੌਜਵਾਨ ਪੀੜ੍ਹੀ ਨਹੀਂ ਆ ਰਹੀ, ਬਹੁਤ ਵਿਰਲੇ ਨੇ। ਜਿਹੜੇ ਪੁਰਾਣੇ ਸਿੰਘ ਆ ਜਾਂ ਸਾਡੀ ਉਮਰ ਦੇ ਸਿੰਘ ਆ, ਜਿਹਨੇ ਪਹਿਲਾਂ ਪਾਠ ਸਿੱਖਿਆ, ਮਿਹਨਤ ਕੀਤੀ, ਉਹੀ ਦਿਖਦੇ ਨੇ। ਅੱਗੇ ਤੋਂ ਬੱਚੇ ਜਿਹੜੇ ਨੇ ਉਹ, ਕਿਉਂਕਿ ਆਪਾਂ ਦੇਖਦੇ ਹਾਂ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਸਿੰਘ ਦੀ ਜਿਹੜੀ ਉਹਦਾ ਮਾਨ ਸਨਮਾਨ ਸੀ, ਉਹ ਕਿੱਧਰ ਗਿਆ।
ਉਹਨੂੰ ਤਾਂ ਆਪਾਂ ਇੱਕ ਨੌਕਰ ਬਣਾ ਦਿੱਤਾ। ਹੂੰ, ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਉਹਨੂੰ ਤਾਂ ਜ਼ਰੂਰਤਮੰਦ ਬਣਾ ਦਿੱਤਾ, ਉਹ ਗੈਰਤਮੰਦ ਨਹੀਂ ਰਿਹਾ। ਵਾਹਿਗੁਰੂ। ਜ਼ਰੂਰਤਮੰਦ ਬੰਦਾ ਹਮੇਸ਼ਾ ਦੱਬਿਆ ਰਹਿੰਦਾ, ਉਹਦੀਆਂ ਜ਼ਰੂਰਤਾਂ ਨਹੀਂ। ਹੂੰ, ਹੁਣ ਉਹ 4000 ਦੇ ਨਾਲ ਜਾਂ 6000 ਦੇ ਨਾਲ ਕਿਸੇ ਗੁਰਦੁਆਰੇ 7-8000 ਹੋਏਗੀ, ਉਨੇ ਪੈਸਿਆਂ ਦੇ ਨਾਲ ਕੀ ਉਹ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾ ਸਕੇਗਾ? ਫਿਰ ਉਹ ਸੋਚਦਾ ਹੈ ਵੀ ਮੈਂ ਹੁਣ ਕੁਛ ਨਾ ਕੁਛ ਕਰਾਂ। ਫਿਰ ਉਹ ਪਾਠ ਦੀ ਡਿਊਟੀ ਲਾਉਣ ਜਾਏਗਾ, ਉਹ ਵੀ ਮਿਹਨਤ ਕਰੇਗਾ, ਰਾਤ ਦਿਨ ਵਿਚਾਰਾ ਤੁਰਿਆ ਰਹਿੰਦਾ ਹੈ। ਫਿਰ ਉਹ ਇੱਕ ਐਸਾ ਸ਼ਖਸ ਹੁੰਦਾ ਹੈ ਗੁਰੂ ਕਾ ਪ੍ਰਚਾਰਕ, ਜਿਹੜਾ ਰੋਜ਼ਾਨਾ ਸਵੇਰੇ ਸ਼ਾਮ ਸਾਰੇ ਪਿੰਡ ਦੀ ਖੈਰ ਮੰਗਦਾ, ਜਿਹੜਾ ਇਹ ਉੱਚੀ ਆਵਾਜ਼ ਵਿੱਚ ਕਹਿੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਨਗਰ ਖੇੜੇ ਦਾ ਭਲਾ ਕਰੀ, ਮਾਲ ਮਨੁੱਖੀ ਠੰਡ ਵਰਤਾਈ, ਹੈ ਨਾ। ਪਰ ਅਸੀਂ ਉਹਦੇ ਬਾਰੇ ਕੀ ਸੋਚਿਆ? ਕਿੰਨੇ ਅਸੀਂ ਅਮੀਰ ਹਾਂ। ਅਸੀਂ ਇਹ ਵੇਖਿਆ ਸਾਡੇ ਪਿੰਡਾਂ ਦੇ ਹਾਲਾਤ ਨੇ। ਗੁਰਦੁਆਰੇ ਦਾ ਗ੍ਰੰਥੀ, ਉਹਦੀ ਕਈ ਥਾਈਂ ਤੇ ਤਨਖਾਹ ਹੀ ਨਹੀਂ ਨਿਸ਼ਚਿਤ ਹੈਗੀ। ਉਹਦਾ ਕੀ ਤਨਖਾਹ ਦਾ ਸਿਸਟਮ ਹੈ ਜੀ, 6 ਮਹੀਨੇ ਬਾਅਦ ਫਸਲ ਆਉਣੀ ਹੈ ਤੇ ਭਾਈ ਸਾਹਿਬ ਜੀ ਤੁਹਾਡੇ ਦਾਣੇ ਬੱਧੇ, ਕਿਸੇ ਨੇ ਪੀਪਾ ਦੇ ਦਿੱਤਾ, ਉਹ ਬੋਰੀ ਚੁੱਕ ਕੇ ਸਾਈਕਲ ਮਗਰ ਅਜੇ ਵੀ ਐਂ ਚੱਲ ਰਿਹਾ? ਹਾਂਜੀ ਬਿਲਕੁਲ ਚੱਲ ਰਿਹਾ। ਅੱਛਾ, ਬਿਲਕੁਲ ਚੱਲ ਰਿਹਾ ਜੀ ਪਿੰਡ 'ਚ ਕਿਸੇ ਨੇ ਤੇ ਜੇ ਉਹਨੂੰ 4 ਬੋਰੀਆਂ ਦਾਣੇ ਹੋ ਵੀ ਗਏ, ਉਹਨੇ ਕਿਤੇ ਰੇੜੇ ਤੇ ਲੱਦ ਲਿਆਂਦੇ ਵਿਚਾਰੇ ਨੇ, ਉਹ ਵੇਖ ਕੇ ਕਹਿੰਦੇ ਬਾਬੇ ਨੇ ਬੜੇ ਦਾਣੇ ਹੋ ਗਏ ਬਾਬੇ ਨੂੰ। ਮਤਲਬ ਵੀ ਬਾਬਾ ਨਹੀਂ ਅੱਗੇ ਵਧਣ। ਬਾਬਾ ਲਫ਼ਜ਼ ਬੜਾ ਪਾਕ ਪਵਿੱਤਰ ਆ, ਬੜਾ ਸਨਮਾਨ ਵਾਲਾ ਲਫ਼ਜ਼ ਆ। ਫਿਰ ਦੂਸਰੀ ਗੱਲ, ਇੱਕ ਭਾਵੇਂ ਕੋਈ ਮਾਸਟਰ, ਭਾਵੇਂ ਕੋਈ ਵੀ ਆ, ਗੁਰਬਾਣੀ ਦੀ ਸੰਥਿਆ ਕਰਕੇ ਗ੍ਰੰਥੀ ਸਿੰਘ ਬਣਿਆ ਨਾ ਜੀ। ਤੇ ਗੁਰਬਾਣੀ ਸਾਡੀ ਜਿਹੜੀ ਇਹ ਪੜ੍ਹਾਈ ਹੈ, ਧਰਮ ਦੀ ਪੜ੍ਹਾਈ, ਇਹ ਗੁਰਦੁਆਰੇ ਦਾ ਗ੍ਰੰਥੀ ਸਿੰਘ ਹੀ ਸਾਨੂੰ ਦੇ ਸਕਦਾ ਜੀ। ਉਹ ਵੀ ਸਾਡਾ ਟੀਚਰ ਆ। ਅਸੀਂ ਟੀਚਰ ਦਾ ਸਨਮਾਨ ਹੀ ਭੁੱਲ ਗਏ, ਉਹਦਾ ਰੁਤਬਾ ਹੀ ਕੋਈ ਨਹੀਂ ਰਹਿਣ ਦਿੱਤਾ। ਪ੍ਰਧਾਨ ਜਾਂ ਪਿੰਡ ਦੇ ਬੰਦੇ ਜਲੀਲ ਮੈਂ ਬਹੁਤ ਵਾਰੀ ਅਕਸਰ ਦੇਖਿਆ, ਬਹੁਤ ਭੱਜ ਕੇ ਪੈਣਾ, ਬੋਲਣਾ, ਮੰਦਾ ਬੋਲ ਦੇਣਾ। ਲਫ਼ਜ਼ ਪਤਾ ਕੀ ਹੁੰਦੇ ਨੇ? ਓਏ ਬਾਬਾ, ਓਏ ਬਾਬਾ। ਉਹਨੂੰ ਕਹਿਣਾ ਬਾਬਾ ਜੀ ਚਾਹ ਬਣਾ ਕੇ ਲਿਆਓ, ਉਹਨੇ ਵਿਚਾਰੇ ਨੂੰ ਬਣਾਉਣੀ ਪੈਂਦੀ, ਮਜਬੂਰੀ ਆ। ਫਿਰ ਇੱਕ ਮੈਂ ਹੋਰ ਚੀਜ਼ ਦੇਖੀ ਆ, ਇਹ ਤਰਾਸਦੀ ਆ ਸਾਡੀ। ਜੇ ਕਿਤੇ ਕੋਈ ਪ੍ਰਬੰਧਕ ਵੀਰ ਇਹ ਸੋਚਦੇ, ਉਹ ਸਲਾਹ ਕਰਦੇ ਨੇ ਬਾਬਾ ਦੀ ਤਨਖਾਹ ਵਧਾ ਦਈਏ, ਤੇ 4 ਜਾਣੇ ਲੱਤ ਉਡਾਉਣ ਵਾਲੇ ਹੁੰਦੇ, ਕਿਉਂ ਬਾਬਾ ਕਰਦਾ, ਇਹਦੀ ਤਨਖਾਹ ਕਿਉਂ ਵਧਾਈਏ ਗ੍ਰੰਥੀ ਸਿੰਘ ਦੀ? ਇਹ ਕੀ ਕਰਦਾ ਜੀ, ਸਵੇਰੇ ਸ਼ਾਮ ਹੀ ਆਉਂਦਾ। ਮੈਂ ਕਿਹਾ ਤੁਸੀਂ ਆਓ। ਮੇਰੀ ਅਕਸਰ ਬਹਿਸ ਵਸਈਆ ਹੁੰਦਾ ਰਹਿੰਦਾ, ਤੇ ਉਹ ਮੈਂ ਕਿਹਾ ਵੀ ਤੁਸੀਂ ਆ ਜਾ ਕਰੋ। ਇਹ ਹਾਲਾਤ ਸਾਡੇ ਬਣ ਚੁੱਕੇ ਨੇ ਵੀ ਗਾਂ ਆਉਣ ਵਾਲੇ ਸਮੇਂ 'ਚ ਗ੍ਰੰਥੀ ਸਿੰਘ ਵੀ ਨਹੀਂ ਮਿਲੂਗਾ। ਬੱਚੇ ਮੂੰਹ ਨਹੀਂ ਕਰਦੇ ਭਾਜੀ, ਇਹ ਸੱਚਾਈ ਆ। ਇਹ ਸਾਨੂੰ ਸੋਚਣਾ ਪੈਣਾ ਪੰਥ ਨੂੰ। ਭਾਈ ਗੁਰਜੀਤ ਸਿੰਘ ਜੀ ਵੱਲ ਆਉਣਾ ਚਾਹੁੰਦਾ। ਭਾਈ ਸਾਹਿਬ, ਤੁਸੀਂ ਯੰਗ ਹੋ, ਤੁਸੀਂ ਜਦੋਂ ਇੱਧਰ ਇਸ ਬਾਰੇ ਸੋਚਦੇ ਹੋ, ਤੁਹਾਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਕ੍ਰਾਈਸਿਸ ਹੋ ਸਕਦਾ ਕਿ ਸ਼ਾਇਦ ਸਾਨੂੰ ਪਿੰਡਾਂ ਦੇ ਵਿੱਚ ਜਾਂ ਆਮ ਸ਼ਹਿਰਾਂ ਦੇ ਵਿੱਚ ਹੋ ਸਕਦਾ ਹੁਣ ਕੋਈ ਇੱਧਰ ਨੂੰ ਆਵੇ ਨਾ, ਜੋ ਹਾਲਾਤ ਤੁਹਾਡੇ ਦੇਖ ਕੇ? ਬਿਲਕੁਲ ਇਹ ਗੱਲ ਤੁਹਾਡੀ ਸਹੀ ਆ, ਕਿਉਂਕਿ ਜਿੰਨੇ ਵੀ ਪੁਰਾਣੇ ਕਈ ਸਿੰਗਰ ਵੀ ਆ ਨਾ, ਜਿੱਦਾਂ ਸਰਦੂਲ ਸਿਕੰਦਰ ਸਾਹਿਬ ਹੋਣੀ ਜਾਂ ਦਲੇਰ ਮਹਿੰਦੀ ਹੋਣੀ, ਇਹ ਸਾਰੇ ਪਹਿਲਾਂ ਰਾਗੀ ਹੁੰਦੇ ਸੀ। ਇਹ ਸਾਡੀ ਕੌਮ ਨੇ ਬਹੁਤ ਵੱਡੇ ਹੀਰੇ ਗਵਾਲੇ ਨੇ, ਕਿਉਂਕਿ ਜਦੋਂ ਕਿਸੇ ਨੂੰ ਸਾਂਭਿਆ ਨਹੀਂ, ਜਦੋਂ ਉਹਨਾਂ ਨੇ ਵੇਖਿਆ ਕਿ ਦਿਨੇ ਉਹਨਾਂ ਨੇ ਕੀਰਤਨ ਕੀਤਾ, ਸ਼ਾਮ ਨੂੰ ਕਿਸੇ ਨਾਲ ਇੱਦਾਂ ਚਲੇ ਗਏ, ਉਹੀ ਜਿਹੜਾ ਪ੍ਰਧਾਨ ਆ 500 ਰੁਪਏ ਪਿੱਛੇ ਲੜਾਈ ਕਰ ਰਿਹਾ ਸੀ, ਸ਼ਾਮ ਨੂੰ ਉਹੀ ਬੰਦਾ ਉਹਨਾਂ ਦੇ ਉੱਤੇ 500 ਦੇ ਨੋਟ ਸੁੱਟ ਰਿਹਾ। ਇਹ ਦਲੇਰ ਮਹਿੰਦੀ ਨੇ ਇੱਕ ਗੱਲ ਕਹੀ ਵੀ ਹੈ ਕਿ ਮੈਂ ਕਿਤੇ ਆਨੰਦ ਕਾਰਜ ਤੇ ਗਿਆ ਤੇ ਮੈਨੂੰ 500 ਰੁਪਏ ਮਿਲਿਆ, ਸ਼ਾਮੀ ਉਹਨਾਂ ਦੇ ਵਿਆਹ 'ਚ ਜਦੋਂ ਸ਼ਾਮ ਨੂੰ ਪੈਗ ਤੇ ਲੈਗ ਚੱਲ ਰਹੀ ਸੀ, ਦਾਰੂ ਚੱਲ ਰਹੀ ਸੀ, ਉੱਥੇ ਹਜ਼ਾਰਾਂ ਦੇ ਨੋਟ ਮੇਰੇ ਤੋਂ ਵਾਰੇ ਗਏ। ਉਹਨਾਂ ਨੇ ਕਿਹਾ ਬਿਲਕੁਲ ਇਹ ਸੱਚ ਆ ਕਿ ਸਰਦੂਲ ਸਿਕੰਦਰ ਸਾਹਿਬ ਇੰਨਾ ਸੋਹਣਾ, ਉਹਨਾਂ ਦਾ ਅੱਜ ਵੀ ਆਸਾ ਦੀ ਵਾਰ YouTube ਦੇ ਉੱਤੇ ਪਈ ਹੋਈ ਆ, ਬਹੁਤ ਸੋਹਣਾ ਕੀਰਤਨ ਕਰਦੇ ਸੀ। ਦਲੇਰ ਮਹਿੰਦੀ ਸਾਹਿਬ ਜਾਂ ਜਗਜੀਤ ਸਿੰਘ ਜੀ ਗਜ਼ਲ ਗਾਇਕ, ਇਹ ਸਾਰੇ ਤਕਰੀਬਨ ਰਾਗੀ ਹੁੰਦੇ ਸੀ ਜਾਂ ਢਾਡੀ ਹੁੰਦੇ ਸੀ। ਪਹਿਲਾਂ ਸਿੰਗਿੰਗ ਵਾਲੇ ਪਾਸੇ ਬਹੁਤ ਘੱਟ ਸੀ, ਪਰ ਜਦੋਂ ਸਾਡੀ ਕੌਮ ਨੇ ਨਹੀਂ ਇਹ ਸਾਂਭੇ। ਹਰਭਜਨ ਮਾਨ ਢਾਡੀ ਸੀ, ਹਾਂਜੀ, ਗੁਰੂ ਘਰ ਲੀਲਾ ਢਾਡੀ ਸੀ। ਬਿਲਕੁਲ ਜੀ। ਇਸ ਕਰਕੇ ਸਾਨੂੰ ਅਸੀਂ ਪੰਥ ਦੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਜਿਹੜਾ ਧਰਮ ਪਰਿਵਰਤਨ ਹੋ ਰਿਹਾ, ਉਹ ਵੀ ਜਿਹੜਾ ਗਰੀਬ ਸਿੱਖ ਆ ਉਹਨੂੰ ਕੋਈ ਨਹੀਂ ਪੁੱਛਦਾ। ਜਿਹੜੇ ਕ੍ਰਿਸਚਨ ਆ ਜਾਂ ਦੂਜੇ ਆ ਲੋਕ, ਉਹ ਇੱਕ ਦੂਜੇ ਦੀ ਮਦਦ ਕਰਦੇ ਨੇ। ਜੇ ਇੱਕ ਬੰਦਾ ਗਰੀਬ ਆ, ਜਿੱਦਾਂ ਮੈਂ ਕਿਸੇ ਬਾਰੇ ਸੁਣਿਆ, ਕਿਹੜੀ ਕੌਮ ਕਹਿੰਦੇ ਵੀ ਜੇ ਕੋਈ ਗਰੀਬ ਆ ਨਾ, ਉਹ ਸਾਰੇ ਜਾਣੇ ਉਹਦੇ ਘਰੇ 1-1 ਰੁਪਈਆ ਤੇ 1-1 ਇੱਟ ਸੁੱਟ ਆਉਂਦੇ, ਉਹਦਾ ਘਰ ਬਣ ਜਾਂਦਾ। ਸਾਡੇ ਬੰਦੇ ਜੇ ਕੋਈ ਇੱਕ ਉੱਠਣ ਵੀ ਲੱਗਦਾ, ਦੂਜਾ ਉਹਦੀ ਲੱਤ ਖਿੱਚ ਦਿੰਦੇ, ਪੱਟ ਤਾਂ ਭਾਵੇਂ ਲੈ। ਹਾਂਜੀ। ਜੇ ਕਿਤੇ ਗੁਰਦੁਆਰੇ ਦਾ ਗ੍ਰੰਥੀ ਮੋਟਰਸਾਈਕਲ ਨਵਾਂ ਖਰੀਦ ਲੈਣਾ, ਕਹਿੰਦੇ ਭਾਈ ਨੇ ਪਤਾ ਨਹੀਂ ਗੱਲਾਂ ਤੋੜ ਲਿਆ ਹੋਣਾ, ਉਹ ਕਹਿੰਦੇ ਸਾਰੇ ਪਿੰਡ ਦੀਆਂ ਅਰਦਾਸਾਂ ਕਰਕੇ ਟਰਾਲਿਆਂ ਵਾਲੇ, ਜਹਾਜ਼ਾਂ ਵਾਲੇ ਉਹਨਾਂ ਨੂੰ ਬਣਾ ਦੇ, ਪਰ ਭਾਈ ਆਪ ਸਾਈਕਲ ਤੇ ਰਵੇ ਬਿਨਾਂ ਚੈਨ ਕਵਰ ਵਾਲੇ ਤੋਂ। ਇਸ ਕਰਕੇ ਇਹ ਸਾਡੀ ਤਰਾਸਦੀ ਆ, ਤੇ ਸੋਚਣਾ ਚਾਹੀਦਾ ਕੌਮ ਬਾਰੇ ਸਾਰਿਆਂ ਨੂੰ। ਇਹ ਭਾਈ ਮਨਜੀਤ ਸਿੰਘ ਜੀ, ਤੁਸੀਂ ਇਹਦੇ ਬਾਰੇ ਇਹ ਦੱਸੋ ਕਿ ਅੱਜ ਜਦੋਂ ਸਾਰੇ ਤੁਸੀਂ ਇਕੱਠੇ ਹੋਏ ਹੋ, ਇਕੱਤਰਤ ਹੋਏ ਹੋ, ਸਿਰਫ SGPC ਨਹੀਂ, ਆਮ ਕੌਮ ਨੂੰ ਵੀ
ਤੁਹਾਡਾ ਕੀ ਸੰਦੇਸ਼ ਹੈ ਔਰ ਤੁਸੀਂ ਇਹ ਅੱਜ ਮੰਗ, ਹਾਲਾਂਕਿ ਮੰਗ ਹੋਣੀ ਨਹੀਂ ਚਾਹੀਦੀ, ਤੁਹਾਨੂੰ ਇਹ ਹੱਕ ਤੁਹਾਡਾ ਮਿਲਣਾ ਚਾਹੀਦਾ ਹੈ, ਪਰ ਫਿਰ ਵੀ ਜਦੋਂ ਅੱਜ ਇਸ ਸਥਾਨ ਤੇ ਬੈਠੇ ਤਾਂ ਜਿਹੜੀਆਂ ਬੇਸਿਕ ਡਿਮਾਂਡਸ ਨੇ ਉਹ ਕੀ ਨੇ ਜੀ? ਪਹਿਲਾਂ ਮੈਂ ਤੁਹਾਨੂੰ ਬੇਨਤੀ ਕੀਤੀ, ਬੇਸਿਕ ਡਿਮਾਂਡਸ ਕੋ ਬਾਹਲੀਆਂ ਜ਼ਿਆਦਾ ਨਹੀਂ, 2-3 ਬੇਸਿਕ ਡਿਮਾਂਡਸ ਨੇ ਜੀ। ਇੱਕ ਤਾਂ ਜਿਹੜੀ ਭੇਟਾਂ ਵਿੱਚ ਵੱਧ ਲੈਂਦੇ ਆ ਕਮੇਟੀਆਂ ਨੂੰ, ਅਸੀਂ ਸਮੁੱਚੇ ਕੀਰਤਨੀਆਂ ਵੱਲੋਂ ਬੜੇ ਆਦਰ ਸਹਿਤ ਬੇਨਤੀ ਕਰਦੇ ਆ ਵੀ ਚਲੋ, ਜੇ ਪਹਿਲਾਂ ਇਹ ਰਵਾਇਤ ਕੋ ਪਤਾ ਨਹੀਂ, ਸਾਡੇ ਜੰਮਣ ਤੋਂ ਪਹਿਲਾਂ ਦੀ ਚੱਲੀ ਹੋਈ ਹੈ, ਇਹ ਤੁਹਾਨੂੰ ਵੀ ਨਹੀਂ ਪਤਾ ਕਦੋਂ ਦੀ ਮੈਨੂੰ ਵੀ ਹੈ? ਨਹੀਂ ਪਤਾ ਜੀ, ਮੈਂ ਵੀ ਪਿਤਾ ਪੁਰਖੀ ਕੀਰਤਨੀਆਂ ਵਾਂ, ਮੇਰੇ ਪਿਤਾ ਜੀ ਵੀ ਕੀਰਤਨ ਦੀ ਲਾਈਨ ਵਿੱਚ ਸੀਗੇ। ਕਦੇ ਉਹਨਾਂ ਨੇ ਜ਼ਿਕਰ ਕੀਤਾ ਤੁਹਾਡੇ ਨਾਲ ਇਸ ਬਾਰੇ? ਹਾਂ, ਕਰਦੇ ਹੁੰਦੇ ਸੀਗੇ ਉਹਨਾਂ ਨਾਲ ਵੀ, ਉਦੋਂ ਉਸ ਵੇਲੇ ਵੀ ਇਸ ਤਰ੍ਹਾਂ ਹੁੰਦਾ ਸੀ? ਬਿਲਕੁਲ ਇਦਾਂ ਹੀ ਹੁੰਦਾ ਸੀਗਾ, ਇਹ 'ਚ ਕੋਈ ਸ਼ੱਕ ਨਹੀਂ। ਤੇ ਇੱਕ ਤਾਂ ਅਸੀਂ ਇਹ ਬੇਨਤੀ ਕਰਦੇ ਵੀ ਉਹ ਅੱਧ ਬੰਦ ਕੀਤਾ ਜਾਵੇ, ਤੇ ਸੈਕੰਡਲੀ ਜਿਹੜਾ ਵਾਜੇ ਤੇ ਮਾਇਆ ਹੁੰਦੀ ਨਾ ਹਾਰਮੋਨੀਅਮ ਤੇ, ਉਹਦਾ ਵੀ ਜਿਹੜਾ ਅੱਧ ਬੰਦ ਕੀਤਾ ਜਾਵੇ। ਉਹ ਜਿਹੜਾ ਉਹ ਨਿਰੋਲ ਰਾਗੀ ਸਿੰਘ ਦਾ ਜਿਹੜਾ ਜੱਥੇ ਦਾ ਹੱਕ ਬਣਦਾ। ਬਿਲਕੁਲ ਸਾਡਾ ਹੱਕ ਮੰਗਦਾ, ਅਸੀਂ ਕੋਈ ਮਤਲਬ ਨਜਾਇਜ਼ ਨਹੀਂ ਕੋਈ ਗੱਲ ਕਰ ਰਹੇ, ਜਿੰਨੀਆਂ ਕਿ ਅਸੀਂ ਗੱਲਾਂ ਰੱਖੀਆਂ ਨੇ ਨਾ ਬੜੀਆਂ ਨਾਪ ਤੋਲ ਕੇ, ਔਰ ਬਿਲਕੁਲ ਅਸੀਂ ਆਪਣਾ ਹੱਕ ਮੰਗ ਰਹੇ ਹਾਂ। ਔਰ ਇਹ ਐਸਜੀਪੀਸੀ ਵੀ ਬੰਦ ਕਰੇ, ਜਿਹੜਾ ਵਿਦੇਸ਼ ਜਾਣ ਦਾ ਵੀ ਆ, ਜਿਹੜਾ ਬਿਲਕੁਲ ਬੰਦ ਪੰਜਾਬ ਕਰੇ। 'ਚ ਕਿਤੇ ਵੀ ਕੱਲੀ ਐਜੀਪੀਸੀ ਨਹੀਂ ਹੈ ਜੀ, ਦਿੱਲੀ, ਹੂੰ, ਕੱਲੀ ਐਜੀਪੀਸੀ ਨਹੀਂ ਆ, ਹਾਂ, ਐਜੀਪੀਸੀ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਜਾਏ, ਚਾਹੇ ਹਜੂਰ ਸਾਹਿਬ ਕਮੇਟੀ ਹੋ ਜਾਏ, ਜਿੰਨੀਆਂ ਵੀ ਸਾਡੀਆਂ ਵੱਡੀਆਂ ਸੰਸਥਾਵਾਂ ਨੇ, ਪੂਰੇ ਪੈਨ ਇੰਡੀਆ, ਪੂਰੇ ਹਰ ਪਾਸੇ ਹੀ ਹੋ ਰਿਹਾ ਹੈ। ਜਿੰਨੀਆਂ ਚਾਹੇ ਬੈਂਗਲੌਰ ਬੰਬੇ ਜਾਂਦੇ ਹੋ, ਉੱਥੇ ਵੀ ਇਹੀ ਹੁੰਦਾ ਹੈ। ਮੈਨੂੰ ਪਤਾ ਵੀ ਜਿੰਨੀਆਂ ਸਾਡੀਆਂ ਵੱਡੀਆਂ ਸਰਮੌਰ ਸੰਸਥਾਵਾਂ ਨਾ, ਜਿੱਥੋਂ ਇਹ ਸੰਦੇਸ਼ ਕੋ ਜਾਣਾ ਚਾਹੀਦਾ ਇਸ ਵੀ ਗਲਤ ਨਾ ਹੋਵੇ, ਉੱਥੋਂ ਹੀ ਗਲਤੀ ਸਟਾਰਟ ਹੋ ਰਹੀ ਹੈ, ਹੋਈ ਆ। ਤਾਂ ਇਹ ਸਾਰੇ ਤੋਂ ਪਹਿਲਾਂ ਦਿੱਲੀ ਹੋ ਗਏ, ਹਜੂਰ ਸਾਹਿਬ ਹੋ ਜਾਏ, ਸ਼੍ਰੋਮਣੀ ਕਮੇਟੀ ਹੋ ਜਾਏ, ਇੱਥੋਂ ਹੀ ਕੰਮ ਸਾਰਾ ਚੱਲਿਆ ਵਾ। ਅਸੀਂ ਕਿਸੇ ਇੱਕ ਕਮੇਟੀ ਨੂੰ ਟਾਰਗੇਟ ਕਰਕੇ ਨਹੀਂ ਤੁਰੇ ਹੋਏ ਕਿ ਇਹ ਇਕੱਲੀ ਲੈਂਦੀ ਹੈ ਜਾਂ ਇੱਕ ਗੁਰਦੁਆਰੇ ਨੂੰ, ਅਸੀਂ ਆਲ ਆਫ ਦੀ ਵਰਲਡ ਦੀ ਗੱਲ ਕਰ ਰਹੇ ਹਾਂ ਜੀ। ਚਾਹੇ ਉਹ ਇੰਗਲੈਂਡ ਦੀਆਂ ਕਮੇਟੀਆਂ ਨੇ, ਆਸਟ੍ਰੇਲੀਆ ਦੀਆਂ ਨੇ, ਕੋਈ ਬੰਬੇ ਦੀ ਕਮੇਟੀ ਹੈ। ਸਾਡਾ ਨਾ ਤਾਂ ਕਿਸੇ ਨਾਲ ਜਾਤੀ ਤੌਰ ਤੇ ਕੋਈ ਵਿਰੋਧ ਹੈ, ਨਾ ਸਾਡਾ ਕਿਸੇ ਨੂੰ ਟਾਰਗੇਟ। ਅਸੀਂ ਤਾਂ ਬੇਸਿਕ ਗੱਲ ਦੱਸ ਰਹੇ ਕਿ ਇਹ ਪ੍ਰੋਬਲਮ ਇੱਥੋਂ ਸ਼ੁਰੂ ਹੋਈ ਹੈ, ਇਦਾਂ ਹੋ ਰਹੀ ਹੈ, ਔਰ ਸਾਰੇ ਬੰਨੇ ਇਦਾਂ ਸਰਕਲ ਕਰ ਚੁੱਕੀ ਹੋਈ ਹੈ। ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਮੇਰੇ ਖਿਆਲ ਲੁਧਿਆਣੇ 'ਚ ਇੱਕ ਕਮੇਟੀ ਅੱਗੇ ਆਈ ਹੈ ਕਿ ਅਸੀਂ ਨਹੀਂ ਲਵਾਂਗੇ ਹੁਣ। ਮੈਂ ਕਹਿੰਦਾ ਜਿਹੜਾ ਵੀ ਪ੍ਰਧਾਨ ਇਹ ਪਹਿਲ ਕਰੂਗਾ ਨਾ, ਉਹ ਤਾਂ ਅਮਰ ਹੀ ਹੋ ਜਾਊਗਾ। ਪ੍ਰਚਾਰਕ ਜਿਹੜੇ ਹੁੰਦੇ ਨਾ, ਸਦਾ ਯਾਦ ਵੀ ਸੰਗਤਾਂ ਨੂੰ ਵੀ ਕਰਾਉਂਦੇ ਰਹਿੰਦੇ ਨੇ, ਇਤਿਹਾਸ ਲਿਖੇ ਜਾਣਗੇ ਇਹ ਕਿ ਗਲਤ ਹੋਇਆ ਸੀ ਤਾਂ ਇਦਾਂ ਮੋੜਾ ਪਿਆ। ਅੱਜ ਇੱਕ ਪਹਿਲੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ ਇੱਥੇ, ਜਿੱਥੇ ਅਸੀਂ ਇਸ ਵੇਲੇ ਆਏ ਹੋਏ ਹਾਂ, ਜਿਨ੍ਹਾਂ ਨੇ ਅੱਜ ਪ੍ਰੋਗਰਾਮ ਰੱਖਿਆ, ਅਸੀਂ ਸੱਚੀ ਗੱਲ ਕਹੀਏ, ਅਸੀਂ ਅਕਾਲ ਤਖਤ ਸਾਹਿਬ ਦੀ ਬਰੂਹਾਂ 'ਚ ਖਲੋ ਕੇ ਐਲਾਨ ਕੀਤਾ ਸੀਗਾ ਕਿ ਇਹ ਜਿਹੜੇ 5-7 ਜਥੇ ਜਾਂ ਜਿੰਨੇ ਵੀ ਸਾਡੇ ਗਰੁੱਪ ਦੇ ਮੈਂਬਰ ਹੈਗੇ ਨੇ, ਹੋਰ ਸਾਡੇ ਗਰੁੱਪ ਬਣੇ ਨੇ, ਵੀ ਅਸੀਂ ਉਹਦੇ ਵਿੱਚ 6 ਮੈਂਬਰ 6 ਰਾਗੀ ਜਿੱਥੇ ਜਾਇਆ ਕਰਾਂਗੇ ਵਾਰੀ ਸਿਰ। ਜਿਹੜਾ ਪਹਿਲ ਕਰੂਗਾ ਅਸੀਂ ਭਾਈ ਉਹਦੇ ਜਾ ਕੇ ਨਾਲੇ ਸਰੋਪਾ ਦੇਵਾਂਗੇ, ਨਾਲੇ ਉਹਦਾ ਕਵਾਂਗੇ ਤੇਰਾ ਬਹੁਤ ਬਹੁਤ ਧੰਨਵਾਦ, ਤੂੰ ਸਾਡੇ ਔਰ ਸਾਡੇ ਬੱਚਿਆਂ ਬਾਰੇ ਅੱਗੋਂ ਸੋਚਿਆ। ਅਸੀਂ ਸਮੁੱਚੇ ਕੀਰਤਨੀਆਂ ਦੀ ਤਰਫੋਂ ਉਹਨਾਂ ਪ੍ਰਧਾਨ ਸਾਹਿਬਾਨਾਂ ਦਾ ਸਤਿਕਾਰ ਵੀ ਕਰਾਂਗੇ, ਔਰ ਉਹਨਾਂ ਨੂੰ ਅਸੀਂ ਇਹ ਬੇਨਤੀ ਵੀ ਕਰਾਂਗੇ ਅੱਗੋਂ ਜਿੰਨੇ ਵੀ ਸਾਡੀ ਆਵਾਜ਼ ਨੂੰ ਸੁਣਦੇ ਆ, ਜਿੱਥੇ ਵੀ ਸੁਣਦੇ ਆ, ਸਾਰਿਆਂ ਸਮੁੱਚਿਆਂ ਦੇ ਤੌਰ ਤੇ, ਕਿ ਜਿਹੜਾ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਐਲਾਨ ਕਰਦੀ ਹੈ ਕਿ ਸਾਨੂੰ ਸਮਝ ਲੱਗ ਗਈ ਹੈ ਸਾਡੇ ਕੋਲ ਗਲਤ ਹੋਇਆ, ਤੇ ਉਹ ਅੱਗੋਂ ਨਾ ਕਰੇ, ਤੇ ਅਸੀਂ ਭਾਈ ਉਹਨਾਂ ਨਾਲ ਜ਼ਿਆਦਾ ਸਹਿਯੋਗ ਕਰਕੇ ਹੋਰ ਪਿਆਰ ਸਹਿਤ ਅਸੀਂ ਚੱਲਾਂਗੇ। ਕਦੀ ਵੀ ਇਹੋ ਜਿਹੀ ਸਾਨੂੰ ਪ੍ਰੈਸ ਕਾਨਫਰੰਸ ਨਾ ਕਰਨੀ ਪਵੇ। ਮੈਂ ਤੇ ਤੁਸੀਂ ਵੈਸੇ ਤਾਂ ਸਾਰੇ ਨਾਮੀ ਬਹੁਤ ਨਾਮਵਰ ਹੋ, ਪਰ ਮੇਰਾ ਇੱਕ ਨਿੱਜੀ ਸਵਾਲ ਹੈ, ਜੇ ਤੁਹਾਡੇ ਚੋਂ ਕਿਸੇ ਨੇ ਆਰਥਿਕ ਤੰਗੀ ਦੇਖੀ ਜੀ? ਕਦੇ ਕੋਈ ਵੇਲਾ ਐਸਾ ਆਇਆ ਕਿ ਕਦੇ ਮਹਿਸੂਸ ਹੋਇਆ ਹੋਵੇ? ਇਨੀਸ਼ੀਅਲ ਸਟੇਜ ਤੋਂ ਆਰਥਿਕ ਤੰਗੀ ਹਰ ਬੰਦੇ ਨੂੰ ਹੀ ਸਹਿਣੀ ਪਈ ਹੈ ਜੀ। ਅੱਜ ਗੁਰੂ ਸਾਹਿਬ ਦੀ ਕਿਰਪਾ ਹੋ ਗਿਆ, ਅਸੀਂ ਸ਼ੁਕਰਾਨਾ ਕਰਦੇ ਗੁਰੂ ਸਾਹਿਬ ਦਾ, ਸ਼ਬਦ ਦੀ ਕਮਾਈ ਸਦਕਾ, ਕੋਟ ਐਂਡ ਕੋਟ ਸ਼ੁਕਰਾਨਾ। ਪਰ ਇਨੀਸ਼ੀਅਲ ਸਟੇਜ ਤੇ ਮੇਰਾ ਨਹੀਂ ਖਿਆਲ, ਮੈਂ ਤਾਂ ਆਪਣੀ ਗੱਲ ਕਰ ਸਕਦਾ, ਔਰ ਸਾਰੇ ਮੇਰੇ ਵੀਰਾਂ ਤੇ ਵੀ ਇਹੋ ਜਿਹੇ ਹਾਲਾਤ ਹੋਏ ਨੇ, ਬਹੁਤ ਮੁਸ਼ਕਲ ਹਾਲਾਤਾਂ ਵਿੱਚੋਂ ਲੰਘੇ, ਇਹ 'ਚ ਕੋਈ ਸ਼ੱਕ ਨਹੀਂ। ਗਰੀਬ ਬੰਦਾ ਹੈ ਅੱਜ ਦੀ ਡੇਟ 'ਚ ਵੀ, ਕੀਰਤਨ ਸਿੱਖ ਦਾ ਗਰੀਬ ਬੰਦਾ ਪਿਆ ਹੈ। ਕੌੜਾ ਸੱਚ ਹੈ। ਮੈਂ ਕਿਉਂਕਿ ਜ਼ਿਆਦਾ ਵਿਦੇਸ਼ਾਂ 'ਚ ਵਿਚਰਿਆ, ਮੈਂ ਉੱਥੇ ਕਈ ਵਾਰੀ ਸਟੇਜਾਂ ਤੇ ਗੱਲ ਕੀਤੀ ਆ ਵੀ ਮੈਨੂੰ ਦੁਨੀਆ ਤੇ ਕੋਈ ਇਹੋ ਜਿਹਾ ਸਿੱਖ ਨਹੀਂ ਲੱਭਿਆ ਵੀ ਜਿਹਦੇ 3 ਬੱਚੇ ਹੋਣ, ਉਹਨੇ ਇੱਕ ਨੂੰ ਡਾਕਟਰ ਬਣਾਇਆ ਹੋਵੇ, ਇੱਕ ਨੂੰ ਇੰਜੀਨੀਅਰ ਬਣਾਇਆ ਹੋਵੇ, ਤੇ ਇੱਕ ਨੂੰ ਪ੍ਰੀਸਟ ਬਣਾਇਆ ਹੋਵੇ। ਕੋਈ, ਮੈਂ ਕਿਹਾ ਵੀ ਕੋਈ ਬਾਂਹ ਖੜੀ ਕਰਕੇ ਦੱਸ ਦੇ, ਇਹ ਤੋਂ ਵੱਡੀ ਤਰਾਸਦੀ ਇਹ ਮਜਬੂਰੀ 'ਚੋਂ ਨਿਕਲ ਰਹੀ ਹੈ। ਬਿਲਕੁਲ। ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਤੋਂ ਦਾਸਤਾਨ ਸੁਣੋ। ਹਾਂ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਨੈੱਟ ਤੇ ਪਾਈ ਹੋਈ ਹੈ ਕਿ ਉਹ ਜਿੱਦਾਂ ਦਾ ਜੀਵਨ ਉਹਨਾਂ ਜੀਆ, ਕਿਤਨਾ ਉਹਨਾਂ ਦੋਨਾਂ ਭਰਾਵਾਂ ਨੇ ਇਸ ਬੰਨੇ ਆ ਕੇ ਸਰਵਾਈਵ ਕੀਤਾ। ਉਹ ਕਿਤੇ ਸਾਰੀ ਤੁਸੀਂ ਸੁਣੋ, ਸੇਮ ਟੂ ਸੇਮ ਉਹੋ ਹੀ ਹਕੀਕਤ ਮੈਂ ਸਮਝਦਾ ਵੀ ਸਾਡੇ ਸਾਰਿਆਂ ਦੀ ਹੈਗੀ ਆ। ਮੈਂ ਆਪਣਾ ਉਹ ਟਾਈਮ ਵੀ ਦੇਖਿਆ ਵਾ ਜਦੋਂ ਅਸੀਂ 2 ਰੁਪਏ ਕਿਸੇ ਦੇ ਘਰੋਂ ਮੰਗ ਕੇ ਤੇ 3 ਰੁਪਏ ਕਿਸੇ ਘਰੋਂ ਮੰਗ ਕੇ 13 ਰੁਪਏ ਦਾ ਪੈਟਰੋਲ ਪਾਉਂਦੇ ਹੁੰਦੇ ਸੀਗੇ। ਮੈਂ ਦੇਖਿਆ ਹੈ, ਮੈਂ ਝੂਠ ਨਹੀਂ ਬੋਲਦਾ। ਭੁੱਲੇ ਨਹੀਂ ਨਾ, ਮੈਨੂੰ ਕਿਉਂ ਭੁੱਲੂਗਾ।
ਇਹ ਗੱਲਾਂ ਕੋਈ ਭੁੱਲਣ ਵਾਲੀਆਂ ਨੇ ਨਾ। ਪਰ ਕਦੇ ਜਜ਼ਬਾਤੀ ਕਰਦੀਆਂ ਇਹ ਗੱਲਾਂ ਕਿ ਉੱਥੋਂ ਤੁਰੇ ਔਰ ਫਿਰ ਵੀ ਮੈਂ ਕਹਿੰਦੀ ਜੇ ਅਸੀਂ ਹੁਣ ਇੱਥੇ ਜਜ਼ਬਾਤੀ ਹੋ ਗਏ, ਲੋਕਾਂ ਕਹਿਣਾ ਰੋ ਕੇ ਦੱਸਦੇ, ਸਾਡੇ ਕਈ ਵਿਰੋਧੀ ਜੰਮ ਪੈਂਦੇ ਆ ਸਾਡੇ ਚੋਂ ਹੀ। ਜੇ ਸਾਡਾ ਮਨ ਭਰ ਗਿਆ ਨਾ, ਹਾਲਾਂਕਿ ਕੰਟਰੋਲ ਕਰਦੇ ਆ ਆਹ ਗੱਲਾਂ ਨੂੰ, ਆਹ ਦੁੱਖ ਪਤਾ ਕਿ ਅਸੀਂ ਤਾਂ ਨਿਕਲ ਚੁੱਕੇ ਆ, ਜਿੰਨੇ ਬੈਠੇ ਨੇ ਸੱਚੀ ਗੱਲ ਨਿਕਲ ਚੁੱਕੇ ਆ। ਮੇਰਾ ਬੇਟਾ ਕੱਲ ਨੂੰ ਕੈਨੇਡਾ ਚਲ ਜਾਂਦਾ ਨਾ ਤੇ ਮੈਨੂੰ ਪ੍ਰੋਬਲਮ ਨਹੀਂ ਹੈਗੀ ਹੁਣ ਕੋਈ, ਮੇਰੀ ਸਮੱਸਿਆ ਨਹੀਂ ਨਾ ਇਹਦੀ ਸਮੱਸਿਆ, ਸਾਨੂੰ ਸਿੱਖ ਕੌਮ ਦੀ ਪੂਰੀ ਦੀ ਸਮੱਸਿਆ ਬਣੀ ਹੋਈ ਹੈ ਇਸ ਵੇਲੇ। ਜਿੰਨੀ ਗਾਂਹ ਆਉਣੇ ਕੀਰਤਨੀਏ ਜਾਂ ਜੋ ਸਮਾਂ ਆਉਣਾ, ਹੀ ਸੰਗਤ ਨੂੰ ਅਵੇਅਰ ਕਰਾ ਰਹੇ ਹਾਂ ਕਿ 10 ਕੁ ਸਾਲ ਦਾ ਹੀ ਮਸਾਂ ਤੁਹਾਡੇ ਕੋਲ ਸਮਾਂ ਬਚਿਆ, ਤੁਹਾਨੂੰ 10 ਸਾਲਾਂ ਬਾਅਦ ਪਛਤਾਉਣਾ ਪਏਗਾ। ਮੈਂ ਅੱਜ ਕਹਿਣਾ ਕਿਉਂਕਿ ਜੋ ਭਾਈ ਬਲਵਿੰਦਰ ਸਿੰਘ ਨੇ ਗੱਲ ਕਹੀ ਨਾ ਕਿ ਜਿੱਥੇ ਕਿ ਸਾਡੀ ਉਮਰ ਹੈ, ਇਸ ਉਮਰ ਦੇ ਬੰਦਿਆਂ ਨੇ ਬਹੁ ਗਿਣਤੀ ਵਿੱਚ ਕਥਾ ਕੀਰਤਨ ਸਿੱਖਿਆ ਹੋਇਆ ਸੀ, ਔਰ ਬਹੁ ਗਿਣਤੀ ਵਿੱਚ ਸਿੱਖ ਕੌਮ ਚੋਂ ਪ੍ਰਚਾਰਕ ਬਾਹਰਲੇ ਕਿੱਤਿਆਂ 'ਚ ਜਾ ਰਹੇ ਆ ਨਹੀਂ ਰਹੇ। ਮਤਾਂ ਸੋਚਿਓ ਕਿ ਤੁਸੀਂ ਇਹ ਆ ਰਹੇ ਨਹੀਂ ਆ ਰਹੇ। ਤੁਹਾਡੇ ਗੁਰਦੁਆਰਿਆਂ 'ਚ ਹਰੇਕ ਪ੍ਰਬੰਧਕ ਸੋਚੇ ਕਿ ਉਹਦੇ ਗੁਰਦੁਆਰੇ 'ਚ ਸੰਗਤ ਕਿਉਂ ਘਟ ਗਈ ਆ। ਨਹੀਂ ਹੁੰਦੀ ਹੁਣ ਸੋਚੇ। ਹਰੇਕ ਗੁਰਦੁਆਰਾ ਤਰ੍ਹਾਂ ਨਹੀਂ ਕਰ ਰਿਹਾ, ਕਿੰਨੀ ਤਰ੍ਹਾਂ ਦਾ ਲੰਗਰ, ਪਕੌੜਿਆਂ ਦਾ, ਕੜੀ ਚੌਲ, ਜੇ ਪਾ ਕੇ ਵੇਖੇ। ਕਦੀ ਸੁਣਿਆ ਦਾਲ ਫੁਲਕੇ ਦਾ ਲੰਗਰ ਹੁੰਦਾ ਸੀਗਾ, ਫਿਰ ਵੀ ਗੁਰਦੁਆਰੇ ਫੁੱਲ ਹੁੰਦੇ ਸੀ। ਪਤਾ ਕਿਉਂ? ਉਦੋਂ ਮਸਕੀਨ ਸਾਹਿਬ ਵਰਗੇ, ਉਦੋਂ ਹੋਰ ਚੰਗੇ ਤੋਂ ਚੰਗੇ ਰਾਗੀ ਆ ਕੇ ਤੇ ਉਹ ਬਹਿੰਦੇ ਤੇ ਉਹਨਾਂ ਦਾ ਸਤਿਕਾਰ ਹੁੰਦਾ ਸੀਗਾ। ਮਸਕੀਨ ਸਾਹਿਬ ਦਾ ਕਿੰਨਾ ਸਤਿਕਾਰ, ਉਹ ਸਾਰੇ ਲੋਕਾਂ ਭੱਜ ਕੇ ਲੋਕ ਸਤਿਕਾਰ ਕਰਦੇ ਨਾ। ਅੱਜ ਜੇ ਸਤਿਕਾਰ ਨਹੀਂ ਕੋਈ ਕਰਦਾ ਕਿਹਦਾ, ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਸ ਲਾਈਨ ਦੇ ਵਿੱਚ ਅੱਗੋਂ ਜਿਹੜਾ ਕੰਮ ਕਿੱਦਾਂ ਦਾ ਆਉਣ ਵਾਲਾ। ਪ੍ਰਬੰਧਕ ਕਮੇਟੀਆਂ ਦੇ ਵਿੱਚ ਇਸ ਵੇਲੇ ਗੁਰਦੁਆਰਿਆਂ ਦੀ 98%, ਮਾਫ ਕਰਿਓ ਮੈਂ ਬੜੀ ਵੱਡੀ ਗੱਲ ਕਰਨ ਲੱਗਾ ਜੀ, ਚਲੋ 98 ਤੋਂ ਥੋੜਾ ਜਿਹਾ ਵਧਾ ਲੈਣਾ, 90% ਬੰਦੇ ਜਿਹੜੇ ਅੰਮ੍ਰਿਤਧਾਰੀ ਹੋਣਗੇ। ਬਹੁਤ ਗੁਰਦੁਆਰਿਆਂ ਦੇ ਪ੍ਰਬੰਧਕ ਮੈਂ ਦੇਖਿਆ, ਉਹਨਾਂ ਦੇ ਸ਼ਰਾਬ ਦੇ ਠੇਕੇ ਕਾਰੋਬਾਰ ਆ, ਮੈਂ ਅੱਜ ਵੀ ਦਿਖਾ ਸਕਦਾ। ਇਹ ਬਹੁਤ ਸਾਰੇ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਆ, ਉਹ ਖੁਦ ਗੁਰਦੁਆਰੇ ਨਹੀਂ ਆਉਂਦੇ। ਖੁਦ ਗੁਰਦੁਆਰੇ ਚ ਆਉਣ ਵਾਲੇ ਬਹੁਤ ਘੱਟ ਪ੍ਰਬੰਧਕ ਆ ਜਿਹੜੇ ਕਦੇ ਚੌਰ ਸਾਹਿਬ ਕਰਕੇ ਆ ਕੇ ਗ੍ਰੰਥੀ ਦੇ ਪਿੱਛੇ ਖਲੋਂਦੇ ਹੋਣਗੇ। ਆਉਂਦੇ ਨੇ ਮਹੀਨੇ ਬਾਅਦ ਕੇਵਲ ਗੋਲਕ ਖੋਲਣ, ਹਿਸਾਬ ਦਿਓ ਕੀ ਹੋਇਆ। ਤੁਸੀਂ ਗੁਰਦੁਆਰਾ ਹਾਲਾਤ ਵੇਖਣੇ, ਸਿੰਘਾਂ ਦੀਆਂ ਰਹਿਸ਼ਾਂ ਵੇਖੋ ਜਾ ਕੇ ਜਿਹੜੇ ਰਹਿੰਦੇ ਆ। ਜਿਵੇਂ ਭਾਈ ਸਾਹਿਬ ਕਹਿ ਰਹੇ ਸੀ, ਓਏ ਬਾਬਾ ਕਹਿ ਕੇ ਬੁਲਾਉਂਦੇ, ਓਏ ਐਂ ਕਹਿ ਕੇ ਬੁਲਾਉਂਦੇ ਆ। ਬਿਲਕੁਲ ਫੈਕਟ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਰਿਆਂ ਨੂੰ, ਅਸੀਂ ਆਪਣੇ ਹਾਲਾਤ, ਤੁਸੀਂ ਸਾਡੇ ਕਿਤੇ ਨਿੱਜੀ ਇੰਟਰਵਿਊ ਹੋਏਗਾ ਨਾ, ਤਾਂ ਉਹਦੇ ਵਿੱਚ ਮੈਂ ਸਾਰੇ ਹਾਲਾਤ ਦੱਸਾਂਗਾ ਕਿ ਸਾਡੇ ਕਿੱਥੋਂ ਅਸੀਂ ਤੁਰੇ ਹਾਂ, ਕਿਸ ਤਰ੍ਹਾਂ ਅਸੀਂ ਪਹੁੰਚੇ। ਅੱਜ ਮੇਰਾ ਉਹ ਇਸ਼ੂ ਨਹੀਂ ਹੈਗਾ, ਇਸ ਕਰਕੇ ਮੈਂ ਉੱਧਰ ਨਹੀਂ ਜਾਣਾ ਚਾਹੁੰਦਾ। ਪਰ ਮੈਂ ਉਹ ਸਮਾਂ ਵੀ ਦੇਖਿਆ ਸੀ, ਆਵਾਜ਼ਾਂ ਲੈ ਕੇ ਉੱਤੇ ਚੜ੍ਹਦੇ ਹੁੰਦੇ ਸੀਗੇ ਨਾ ਆਪਣਾ ਬੱਸ ਤੇ, ਵਿੱਚ ਵੜਦੇ ਹੁੰਦੇ ਸੀਗੇ, ਤਾਂ ਸਾਨੂੰ ਕਹਿੰਦੇ ਚਲੋ ਬਾਹਰ ਤੁਹਾਡੇ ਕੋਲ ਸਮਾਨ ਹੈ। ਕਿਉਂਕਿ ਉਹ ਟਾਈਮ ਤੇ ਹੁੰਦੀਆਂ ਹੀ ਟੈਕਸੀਆਂ ਸੀਗੀਆਂ, ਪਿੰਡਾਂ ਵਿੱਚੋਂ ਜੋ ਚੱਲਦਾ ਹੁੰਦਾ ਸੀ ਨਾ ਕੰਮ, ਇੰਨੀਆਂ ਬੱਸਾਂ ਥੋੜ੍ਹੀ ਹੁੰਦੀਆਂ ਸੀਗੀਆਂ, ਸਾਨੂੰ ਥੱਲੇ ਤਾਰਦੇ ਸੀ ਅਸੀਂ ਧੁੱਪਾਂ ਦੇ ਵਿੱਚ। ਮੈਂ ਅੱਜ ਤੁਹਾਨੂੰ ਦੱਸਦਾ, ਮੈਨੂੰ ਅਜੇ ਵੀ ਉਹ ਕਈ ਗਵਾਹ ਹੋਣਗੇ, ਅੰਮ੍ਰਿਤਸਰ ਤੋਂ ਲੈ ਕੇ ਬੱਸ ਤੇ ਲਖਨਊ ਤੱਕ ਦਾ ਸਫ਼ਰ ਕੀਤਾ ਭਾਈ ਸਾਹਿਬ, ਉਹ ਵੀ ਉੱਪਰ ਬੈਠ ਕੇ। ਇੱਥੋਂ ਦਿੱਲੀ ਗਏ, ਦਿੱਲੀੋਂ ਉੱਪਰ ਬੈਠੇ ਬੱਸ ਤੇ, ਉਦੋਂ ਵੀ ਦੇਣੇ ਪਏ, ਉਦੋਂ ਵੀ ਦੇਣੀ ਪਈ। ਮੈਂ ਗਿਆ ਵਾਂ ਇੱਥੋਂ, ਸਾਡੇ ਜੰਮਣ ਤੋਂ ਪਹਿਲਾਂ ਦੀ ਹੈ। ਤਾਂ ਇਹ ਦੇਖੋ ਕਿੱਡੀ ਇੱਕ ਤਰਾਸਦੀ ਹੈ ਕਿ ਜਿਵੇਂ ਭਾਈ ਮਨਜੀਤ ਸਿੰਘ ਹੁਣੇ ਕਹਿ ਰਹੇ ਆ ਕਿ ਪਿਤਾ ਪੁਰਖੀ ਇਹ ਤਾਂ ਪਰਿਵਾਰਕ ਤੌਰ ਤੇ ਕੀਰਤਨੀਏ ਨੇ, ਔਰ ਇਹਨਾਂ ਨੂੰ ਵੀ ਨਹੀਂ ਪਤਾ ਕਿ ਕਦੋਂ ਤੋਂ ਇਹਨਾਂ ਦੇ ਪਿਤਾ ਹੋਣਾ ਦੇ ਸਮੇਂ ਤੇ ਵੀ ਜੇ ਚੱਲ ਰਿਹਾ ਸੀਗਾ, ਤਾਂ ਕਦੋਂ ਤੋਂ ਇਹ ਜਿਹੜੀ ਹੈ ਇਹਨੂੰ ਉਹ ਬੱਚਾ ਆਇਆ ਨਾ ਜੀ, ਉਹ ਬੱਚੇ ਨੇ ਇੱਕ ਗੁਰਦੁਆਰਾ ਸਾਹਿਬ ਉੱਥੇ ਹੈਗਾ ਗੋਰਖਪੁਰ ਯੂਪੀ ਦੇ ਵਿੱਚ, ਉਹਨੇ ਇਦਾਂ ਦੇ ਹਾਲਾਤ ਸੁਣ ਕੇ ਟੀਵੀ ਤੋਂ ਉਸ ਬੱਚੇ ਨੇ ਆਵਾਜ਼ ਬੁਲੰਦ ਕੀਤੀ ਆਪਣੇ ਗੁਰਦੁਆਰਾ ਸਾਹਿਬ ਨੂੰ, ਕਹਿੰਦੇ ਵੀ ਮੈਨੇਜਰ ਸਾਹਿਬ ਵੀ ਮੈਨੂੰ ਯਾਰ ਸਾਡੇ ਘਰ ਬੰਦਾ, ਥੋੜੀ ਜਿਹੀ ਹੈਲਪ ਕਰਾ ਦਿਓ, ਜਾਂ ਸੰਗਤ ਕੋ ਕਰਾ ਦਿਓ, ਜਾਂ ਫਿਰ ਤੁਸੀਂ ਆਪ ਦੇ ਦਿਓ ਤੇ ਮੈਂ ਤੁਹਾਨੂੰ ਤਨਖਾਹ ਦੇ ਪੈਸੇ ਕਟਾ ਦੂੰਗਾ। ਉਹ ਚੱਕ ਕੇ ਮਾਰਿਆ ਦਾ ਸਮਾਨ ਗੁਰਦੁਆਰੇ ਬਾਹਰ ਕੱਢਤਾ, ਉਹ ਚੱਕੋ, ਉਹ ਬੈਠਾ। ਦਿਓ ਮਾਈਕ ਦਿਓ ਉਹਨਾਂ ਨੂੰ। ਤੁਹਾਡੇ ਨਾਲ ਕੀ ਹੋਇਆ ਇਹ ਦੱਸੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਉੱਥੇ ਗੋਰਖਪੁਰ ਜਟਾ ਸੰਗਤ ਡਿਊਟੀ ਕਰ ਰਿਹਾ ਸੀ, 2 ਮਹੀਨੇ ਹੋ ਗਏ ਸੀ ਮੈਨੂੰ ਡਿਊਟੀ ਕਰਦੇ ਉੱਥੇ। ਹਾਂਜੀ, ਘਰ ਬਣਾ ਰਹੇ ਸੀ। ਮੈਂ ਭਾਈ ਸਾਹਿਬ ਨੂੰ ਬੋਲਿਆ, ਮਨਪ੍ਰੀਤ ਸਿੰਘ ਜੀ ਨੂੰ, ਹਰਿਦੁਆਰ ਤੋਂ ਨੇ ਉਹ, ਕਿ ਵੀਰ ਜੀ ਇੱਦਾਂ ਪ੍ਰੋਬਲਮ ਹੈ, ਮੇਰੇ ਘਰ ਬਣਾ ਰਹੇ ਸੀ, ਮੈਨੂੰ ਮਾਇਆ ਦਿਵਾ ਦਿਓ ਐਡਵਾਂਸ। ਤੇ ਕਹਿੰਦੇ ਉਹ ਭਾਈ ਸਾਹਿਬ ਜੀ ਕਿ ਮੈਨੇਜਰ ਕੋਲ ਚੱਲ ਜਾ। ਮੈਂ ਮੈਨੇਜਰ ਕੋਲ ਜੀ ਗਿਆ, ਉਹਨਾਂ ਦਾ ਨਾਂ ਰਜਿੰਦਰ ਸਿੰਘ ਹੈ ਜੀ, ਹਿਮਾਚਲ ਦੇ ਰਹਿਣ ਵਾਲੇ ਨੇ ਉਹ, ਉਹਨਾਂ ਨੂੰ 35 ਸਾਲ ਹੋ ਗਏ ਉੱਥੇ। ਤੇ ਮੈਨੇਜਰ ਕੋਲ ਜੀ ਗਿਆ, ਮੈਂ ਇੱਦਾਂ ਪ੍ਰੋਬਲਮ ਹੈ, ਮੇਰੇ ਘਰ ਬਣਾ ਰਹੇ ਹੈ, ਤੇ ਮੈਨੂੰ ਐਡਵਾਂਸ ਤੁਸੀਂ ਤਨਖਾਹ ਦੇ ਦਿਓ। ਤੇ ਉਹਨਾਂ ਨੇ ਕਿਹਾ ਐਡਵਾਂਸ ਤਾਂ ਨਹੀਂ ਮਿਲ ਸਕਦਾ। ਮੈਂ ਕਿਹਾ ਜਿਹੜੀ ਮੇਰੀ ਤਨਖਾਹ ਬਣਦੀ ਹੈ ਮਹੀਨੇ ਦੀ, ਉਹ ਤਾਂ ਤੁਸੀਂ ਘੱਟ ਦੇ ਦਿਓ ਮੈਨੂੰ। ਕਹਿੰਦੇ ਘਰ ਜਾ ਕੇ ਆਵਾਂਗਾ ਮੈਂ, ਉਦੋਂ ਦੇਵਾਂਗਾ।
मैं कहा अंकल जी मेरी प्रॉब्लम समझ लो थोड़ी, मैं घर तो फोन आ रहे हैं, मेरे डैडी ਕੰਮ ਵੀ ਛੱਡ ਕੇ ਹਰਿਦੁਆਰ ਕੰਮ ਕਰਦੇ ਸੀ ਕੰਪਨੀ 'ਚ, ਉਹ ਵੀ ਛੱਡ ਕੇ 2 ਮਹੀਨੇ ਉਹਨਾਂ ਨੂੰ ਹੋ ਗਏ, ਥੋੜੀ ਲੋੜ ਸੀ ਮਾਇਆ ਦੀ। ਮੈਂ ਉਹਨਾਂ ਨੂੰ ਕਿਹਾ, ਉਹਨਾਂ ਨੇ ਸੁਣੀ ਨਹੀਂ। ਮੈਂ ਕਿਹਾ ਅੰਕਲ ਜੀ ਤੁਸੀਂ ਬਾਹਰ ਤੋਂ ਸੰਗਤ ਆਉਂਦੀ ਹੈ, ਉਹਨਾਂ ਦੀ ਤੁਸੀਂ ਅਪੀਲ ਕਰਦੇ ਹੋ, ਮੇਰੀ ਅਪੀਲ ਕਰ ਦਿਓ ਸੰਗਤ 'ਚ ਤੇ ਮੇਰਾ ਥੋੜਾ ਹੋ ਜਾਊਗਾ ਨਾ। ਤੇ ਉਹਨਾਂ ਨੇ ਮਨਾ ਕਰ ਦਿੱਤਾ, ਕਹਿੰਦਾ ਨਹੀਂ ਤੁਹਾਡੇ ਲਈ ਨਹੀਂ ਹੋਣਾ, ਜੇ ਕੋਈ ਗੁਰਦੁਆਰੇ ਕੰਮ ਚੱਲਦਾ ਕੋਈ ਫਿਰ ਕਰ ਦਿੰਦੇ। ਹਾਂਜੀ ਫਿਰ ਕਰਦੇ। ਮੈਂ ਸੋਚਿਆ ਮੈਂ ਯਾਰ ਸਾਡੇ ਬਾਰੇ ਕੁਝ ਨਹੀਂ ਕਰਦੇ ਨੇ। ਤੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਬੋਲ ਦਿੱਤਾ ਤੇ ਇਹਨਾਂ ਨੇ ਕਿਹਾ ਕਿ ਨਹੀਂ ਤੁਹਾਡੇ ਬਾਰੇ ਨਹੀਂ ਹੋ ਸਕਦਾ। ਮੈਂ ਠੀਕ ਹੈ। ਫਿਰ ਇਹਨਾਂ ਨੇ ਇਹ ਗੱਲ ਵੀ ਬੋਲੀ ਸੀ ਕਿ ਤੁਹਾਨੂੰ ਤਨਖਾਹ ਮਿਲਦੀ ਹੈ, ਜੇ ਅਸੀਂ ਅਪੀਲ ਕਰਾਂਗੇ ਤੇ ਸਾਡੀ ਬਦਨਾਮੀ ਹੈ। ਮੈਂ ਤਨਖਾਹ ਤੁਸੀਂ ਸਾਨੂੰ ਕਿੰਨੀ ਦਿੰਦੇ ਹੋ? ਮੈਂ ਸੋਚਿਆ ਮਨ ਚ, ਮੈਂ ਕਿੰਨੀ ਬੋਲਿਆ ਤਨਖਾਹ ਤੁਹਾਡੀ? ਮੈਂ 8000 ਤਨਖਾਹ ਦਿੰਦੇ ਸੀ ਉੱਥੇ। 8000 ਰੁਪਏ ਤਨਖਾਹ? ਮੇਰੀ ਹਾਲਤ ਦੇਖ ਲਓ ਤੁਸੀਂ, ਮੈਂ ਨਾ ਬਿਮਾਰ ਵੀ ਚੱਲਦਾ, ਕਾਫੀ ਦਿਨ ਤੋਂ ਬਿਮਾਰ ਸੀ, ਮੈਂ ਆਪਣਾ ਇਲਾਜ ਵੀ ਕਰਾ ਰਿਹਾ। ਪਰ ਤੁਹਾਨੂੰ ਜਵਾਬ ਦੇਤਾ ਹੁਣ ਉਹਨਾਂ ਨੇ? ਹਾਂਜੀ ਮੇਰਾ ਸਮਾਨ ਕੱਢ ਦਿੱਤਾ ਉਹਨਾਂ ਨੇ। ਸਮਾਨ ਕੱਢਤਾ ਤੁਹਾਡਾ? ਹਾਂਜੀ ਇਸ ਗੱਲ ਕਰਕੇ? ਹਾਂਜੀ ਮੈਂ ਇਸ ਗੱਲ ਕਰਕੇ ਨਹੀਂ, ਹੁਣ ਪੂਰੀ ਦੱਸ ਰਿਹਾ ਗੱਲ ਮੈਂ ਉੱਥੇ। ਤੇ ਉਹਨਾਂ ਨੇ ਮਨਾ ਕਰ ਦਿੱਤਾ ਮੈਨੂੰ ਐਡਵਾਂਸ ਦੇਣ ਤੋਂ। ਮੈਂ ਅਗਲੇ ਦਿਨ ਪ੍ਰਧਾਨ ਜੀ ਆਏ ਉੱਥੋਂ, ਗੁਰਦੁਆਰਾ ਸਾਹਿਬ ਆਏ ਸੀ। ਮੈਂ ਉਹਨਾਂ ਨੂੰ ਕਿਹਾ ਅੰਕਲ ਜੀ ਮੇਰੀ ਬੇਨਤੀ ਹੈ ਕਿ ਮੈਨੂੰ ਐਡਵਾਂਸ ਮਾਇਆ ਚਾਹੀਦੀ ਹੈ। ਤੇ ਉਹਨਾਂ ਨੇ ਕਿਹਾ ਬੇਟਾ ਮੀਟਿੰਗ, ਉਹਨਾਂ ਦਾ ਨਾਂ ਜਸਪਾਲ ਸਿੰਘ ਜੀ ਹੈ। ਹਾਂਜੀ। ਤੇ ਉਹਨਾਂ ਨੇ ਕਿਹਾ ਕਿ ਮੀਟਿੰਗ ਕਰਕੇ ਦੱਸਾਂਗਾ। ਮੈਂ ਠੀਕ ਹੈ ਜੀ ਮੀਟਿੰਗ ਕਰ ਲਓ ਕੋਈ ਨਹੀਂ। ਤੇ ਉਹਨਾਂ ਨੇ ਅਗਲੇ ਦਿਨ ਆ ਕੇ ਮੈਨੂੰ ਮਨਾ ਕਰ ਦਿੱਤਾ ਵੀ ਨਹੀਂ ਦੇਣਾ। ਨਹੀਂ ਜੀ, ਮੈਂ ਜਿਹੜਾ ਤੁਸੀਂ ਪ੍ਰੂਫ ਮੇਰੇ ਤੋਂ ਲੈਣਾ ਹੈ ਲੈ ਲਿਓ, ਜਿਹੜਾ ਤੁਸੀਂ ਲੈਣਾ ਹੈ ਪ੍ਰੂਫ ਲੈ ਲਿਓ। ਉਹਨਾਂ ਨੇ ਮਨਾ ਕਰ ਦਿੱਤਾ ਨਹੀਂ ਹੋਣਾ। ਉਹ ਮੈਨੇਜਰ ਨੂੰ ਪਤਾ ਲੱਗੀ ਗੱਲ, ਮੈਨੇਜਰ ਨੇ ਮੇਰੀ ਛੁੱਟੀ ਕਰ ਦਿੱਤੀ ਉੱਥੋਂ। ਵੀ ਤੂੰ ਉੱਪਰ ਕਿਉਂ ਚਲਾ ਗਿਆ? ਹਾਂਜੀ ਹਾਂ ਇਹ ਗੱਲ ਹੈ। ਇਹ ਤਰਾਸ ਤੇ ਮੇਰੀ ਗੱਲ ਸੁਣੋ ਨਾ, ਉਹਨਾਂ ਨੇ ਵੀਰ ਜੀ ਨੇ ਜਿਹੜੇ ਮਨਪ੍ਰੀਤ ਸਿੰਘ ਜੀ ਉਹਨਾਂ ਨੂੰ ਦੱਸੀ ਕਿ ਇਦਾਂ ਮੇਰੇ ਪਹਿਲਾਂ ਤੇਰੇ ਕੋਲ ਕੌਣ ਨੇ ਉਹ ਵੀ ਦੱਸੋ ਨਾ। ਮਨਪ੍ਰੀਤ ਸਿੰਘ ਕੌਣ ਸੀ? ਉਹ ਹਰਿਦੁਆਰ ਹੈਡ ਰਾਖੀ ਸੀ, ਉਹ ਮੈਂ ਸਾਈਡ ਤੇ ਡਿਊਟੀ ਕਰ ਰਿਹਾ ਸੀ ਉਹਨੇ। ਹਾਂਜੀ ਹਾਂਜੀ। ਤੇ ਇਹ ਗੱਲ ਹੋਈ ਉੱਥੇ। ਤੇ ਉਹਨਾਂ ਨੇ ਫਿਰ ਮਨਪ੍ਰੀਤ ਭਾਜੀ ਨੂੰ ਦੱਸੀ ਹੈ। ਤੇ ਉਹਨਾਂ ਨੇ ਕਿਹਾ, ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੁਸੀਂ 15 ਤਰੀਕ ਤੱਕ ਤੁਹਾਡਾ ਟਾਈਮ ਹੈ। ਤੁਸੀਂ, ਮੈਂ ਕਿਹਾ ਭਾਜੀ ਜਦੋਂ ਮੈਂ ਇੱਥੇ ਆਇਆ ਸੀ ਨਾ ਡਿਊਟੀ ਕਰਨ ਵਾਸਤੇ, ਮੈਨੂੰ ਮੈਨੇਜਰ ਸਾਹਿਬ ਨੇ ਇਹ ਬੋਲਿਆ ਸੀ ਜੇ ਅਸੀਂ ਭੇਜਾਂਗੇ ਤੇ 10 ਦਿਨ ਪਹਿਲਾਂ ਦੱਸਾਂਗੇ, ਜੇ ਮੈਂ ਜਾਵਾਂਗਾ ਤੇ 10 ਦਿਨ ਪਹਿਲਾਂ ਦੱਸਾਂਗਾ ਮੈਂ। ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ। ਮੈਂ ਕਿਹਾ ਭਾਈ ਸਾਹਿਬ ਚਲੋ ਠੀਕ ਹੈ ਤੁਹਾਡੀ ਗੱਲ, ਮੈਂ ਚਲਾ ਜਾਵਾਂਗਾ ਇੱਥੋਂ, ਮੈਨੂੰ 1 ਮਹੀਨੇ ਦੀ ਤੁਸੀਂ ਤਨਖਾਹ ਐਡਵਾਂਸ ਦਿਵਾਓ ਨਾ, ਮੇਰੀ ਗਲਤੀ ਦੱਸੋ ਤੁਸੀਂ, ਇਹ ਗਲਤੀ ਹੈ ਮੇਰੀ, ਮੈਂ ਚਲ ਜਾਵਾਂਗਾ, ਤੁਸੀਂ ਮੈਨੂੰ ਤਨਖਾਹ ਵੀ ਨਾ ਦਿਓ। ਤੇ ਉਹਨਾਂ ਨੇ ਬਸ ਮਨਾ ਕਰ ਦਿੱਤਾ। ਮੈਨੂੰ ਗੁੱਸਾ ਆ ਗਿਆ ਭਾਈ ਸਾਹਿਬ। ਉੱਥੇ ਅੱਧ ਵੀ ਲੈਂਦੇ ਨੇ, ਅੱਧ ਲੈਂਦੇ ਨੇ ਉੱਥੇ 1100 ਭੇਟਾ ਦਿੰਦੇ ਨੇ ਤੇ 550 ਰੁਪਏ ਸਾਡਾ ਬਣਦਾ ਹੈ। ਕੱਟ ਲੈਂਦੇ ਹਾਂਜੀ ਅੱਗੋਂ 3 ਬੰਦੇ। ਹਾਂਜੀ ਅੱਗੋਂ 3 ਬੰਦੇ 150 ਰੁਪਏ ਆਇਆ। ਹਾਂਜੀ ਹਾਂਜੀ। ਤੇ ਇੱਕ 15-20 ਦਿਨ ਵਾਸਤੇ ਭਾਈ ਸਾਹਿਬ ਕਰ ਗਏ ਸੀ ਮਨਪ੍ਰੀਤ ਸਿੰਘ ਜੀ। ਤੇ ਅਸੀਂ ਕੀਰਤਨ ਕੀਤਾ, ਤਬਲੇ ਵਾਲੇ ਸਿੰਘ ਨੇ ਤੇ ਮੈਂ ਕੀਰਤਨ ਕੀਤਾ ਉੱਥੇ। ਤੇ ਬਾਬਾ ਜੀ ਨੇ ਇੱਕ ਸ਼ਬਦ ਪੜਿਆ, ਸਾਡੀ ਬਣਦੀ ਸੀ 550 ਭੇਟਾ, ਉਹਨਾਂ ਨੇ ਮੈਨੇਜਰ ਸਾਹਿਬ ਨੇ ਦਿੱਤੀ, ਉਹ ਵੀ 15-20 ਦਿਨ ਬਾਅਦ ਦਿੱਤੀ ਸਾਨੂੰ 300 ਰੁਪਇਆ। ਮੈਂ ਉਹਨਾਂ ਨੂੰ ਪੁੱਛਿਆ ਅਮਿਤ ਵੀਰ ਜੀ ਨੂੰ ਕਿ ਭਾਈ ਸਾਹਿਬ ਤੁਸੀਂ ਇਹ 300 ਰੁਪਏ ਕਿਹੜੇ ਹਿਸਾਬ ਨਾਲ ਲਏ ਹੋ? ਤੁਸੀਂ ਬੋਲ ਕਿਉਂ ਨਹੀਂ ਸਕਦੇ ਉੱਥੇ? ਹੈ ਤੁਹਾਡਾ ਬੋਲਣ ਦਾ ਹੱਕ ਹੈ। ਤੇ ਕਹਿੰਦੇ ਬਾਬਾ ਜੀ ਨੇ 250 ਰੁਪਏ ਲੈ ਲਿਆ। ਮੈਂ ਬਾਬਾ ਜੀ ਨੂੰ ਪੁੱਛਣ ਗਿਆ, ਬਾਬਾ ਜੀ ਕਿ ਤੁਸੀਂ ਲਿਆ? ਕਹਿੰਦੇ ਨਹੀਂ ਬੇਟਾ ਮੈਂ ਤਾਂ ਲੈਂਦਾ ਨਹੀਂ। ਹਾਂਜੀ ਮੈਂ ਉਹ ਲੈਂਦੇ ਨਹੀਂ ਪੈਸੇ ਸੱਚੀ। ਤੇ ਉਹ ਸੁਨਿਆਰ ਦਾ ਕੰਮ, ਉਹਨਾਂ ਦਾ ਵਧੀਆ ਕਾਰੋਬਾਰ ਚੱਲਿਆ ਪਰਮਾਤਮਾ ਦੀ ਕਿਰਪਾ ਤੋਂ। ਤੇ ਮੈਂ ਉਹਨਾਂ ਕੋਲ ਗਿਆ, ਫਿਰ ਮਨਾ ਕਰ ਦਿੱਤਾ ਉਹਨਾਂ ਨੇ। ਫਿਰ ਇਹ ਮਨਪ੍ਰੀਤ ਸਿੰਘ ਜੀ ਵੀਰ ਜੀ ਇਹਨਾਂ ਦਾ ਫਰਜ਼ ਸੀ ਕਿ ਪੁੱਛਣ ਦਾ ਕਿ ਮੈਨੇਜਰ ਸਾਹਿਬ ਤੁਸੀਂ 300 ਰੁਪਏ ਕਿਹੜੇ ਹਿਸਾਬ ਨਾਲ ਦਿੱਤੇ ਇਹਨਾਂ ਨੂੰ? ਉਹ ਵੀ ਨਹੀਂ ਬੋਲੇ ਭਾਈ ਸਾਹਿਬ ਉੱਥੇ। 300 ਰੁਪਏ ਬਦਲੇ ਸਾਨੂੰ ਹਾਂਜੀ ਲੜਨਾ ਪੈ ਰਿਹਾ। ਦੇਖੋ ਇਹਦੋਂ ਵੱਡਾ ਦੁਖਾਂਤ ਕੀ ਹੋ ਸਕਦਾ ਕਿ 1100 ਰੁਪਇਆ ਭੇਟਾ, ਅੱਧਾ 550 ਮਿਲਿਆ 3 ਬੰਦਿਆਂ ਨੂੰ। ਉਹਦੇ ਵਿੱਚੋਂ ਵੀ 200 ਕੱਟ ਕੇ 250 ਕੱਟ ਕੇ ਤੇ 300 ਰੁਪਇਆ ਇਹਨਾਂ ਨੂੰ ਦਿੱਤਾ ਗਿਆ। ਤੇ ਉਹਦਾ ਇਹ ਇੱਕ ਮੈਂ ਤੁਹਾਨੂੰ ਦੱਸਦਾ, ਮੈਨੂੰ ਜੋ ਇਹਨਾਂ ਦੱਸਿਆ, ਨਜ਼ੀਬਾਬਾਦ ਲਾਗੇ ਇਹਨਾਂ ਦਾ ਪਿੰਡ ਹੈ ਬੇਟਾ ਕਿਹੜਾ? ਨਰੂਲਾਪੁਰ। ਸਾਰੇ ਪਿੰਡ ਚੋਂ 2 ਹੀ ਬੱਚੇ ਸਿੱਖ ਰਾਗੀ, ਬਸ ਇੱਕ ਪਿੰਡ ਤੇ 2 ਰਾਗੀ, ਤੇ ਉਹਨਾਂ ਨਾਲ ਵੀ ਹਾਲਾਤ ਹੋ ਗਏ। ਤੇ ਦੱਸੋ ਅਸੀਂ ਹੁਣ ਕਿੱਥੇ ਜਾ ਕੇ ਆਪਣਾ ਦੁੱਖ ਰੋਈਏ? ਤਾਂ ਇਹ ਜੇ ਅਕਾਲ ਤਖਤ ਸਾਹਿਬ ਤੋਂ ਚਿੱਠੀ ਦਿੱਤੀ ਹੈ, ਕਿੰਨਾ ਚਿਰ ਹੋ ਗਿਆ? ਕਿੰਨੇ ਦਿਨ ਹੋ ਗਏ ਅੱਜ ਆਪਾਂ ਨੂੰ ਜੀ? 5 ਤਰੀਕ ਦਿੱਤੀ, ਅੱਜ ਕਿੰਨੀ ਹੋ ਗਈ ਆ? 13 ਤਰੀਕ ਤੱਕ ਸਾਨੂੰ ਇਹ ਵੀ ਨਹੀਂ, 8 ਦਿਨਾਂ ਬਾਅਦ ਵੀ ਜਵਾਬ ਨਹੀਂ ਆਇਆ। ਇਹ ਨਹੀਂ ਆਇਆ ਵੀ ਸਿੰਘੋ ਤੁਹਾਡੀ ਚਿੱਠੀ ਆਈ ਆ ਤੇ ਅਸੀਂ ਤੁਹਾਡੇ ਨਾਲ ਵੀ ਕੋਈ ਰਾਬਤਾ ਕਰਾਂਗੇ, ਕਿੰਨੀ ਤਰੀਕ ਨੂੰ ਕਰਾਂਗੇ। ਹੁਣ ਦੱਸੋ ਇਹ ਤੋਂ ਗਾਂ ਸਾਡੇ ਕਾਲ ਤਖਤ ਤੋਂ ਗਾਂ ਕੋਈ ਹੈਗੀ ਥਾਂ ਸਾਡੇ ਲਈ? ਦੱਸੋ ਪਹਿਲਾਂ।
ਤਾਂ ਜੇ ਸੁਪਰੀਮ ਕੋਰਟ ਤੋਂ ਕੋਈ ਜਵਾਬ ਨਹੀਂ ਤਾਂ ਕੀ ਉਮੀਦ ਕੀਤੀ ਜਾ ਸਕਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਔਰ ਸਿਰਫ ਆਸ ਇਹ ਹੈ ਕਿ ਕਮੇਟੀਆਂ ਨਹੀਂ, ਕੌਮ ਵੀ ਇਹਦੇ 'ਚ ਜਾਗਰੂਕ ਹੋਵੇ। ਤੁਸੀਂ ਆਪਦੇ ਘਰਾਂ 'ਚ ਬੈਠੇ ਸੋਚੋ, ਵਿਚਾਰੋ ਕਿ ਜੇ ਨਾਮਵਰ ਸ਼ਖਸੀਅਤਾਂ, ਅੱਜ ਇਹਨਾਂ ਨੂੰ ਸ਼ਾਇਦ ਲੋੜ ਨਹੀਂ ਹੈਗੀ, ਇਹ ਉਹ ਸ਼ਖਸੀਅਤਾਂ ਨੇ ਜੋ ਆਰਥਿਕ ਤੌਰ ਤੇ ਵੀ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਆ, ਔਰ ਇਹਨਾਂ ਦੇ ਨਾਮ ਨੇ, ਵੱਡੇ ਨਾਮ ਨੇ। ਇਹ ਅੱਜ ਜੇ ਮੂਹਰੇ ਆ ਕੇ ਲੜ ਰਹੇ ਆ ਤਾਂ ਇਸ ਬੱਚੇ ਵਰਗੇ ਪਰਿਵਾਰਾਂ ਵਾਸਤੇ ਲੜ ਰਹੇ ਆ ਕਿ ਜੋ ਇਹਨਾਂ ਨਾਲ ਹੋਇਆ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਨਾਲ ਨਾ ਹੋਵੇ, ਔਰ ਸ਼ਾਇਦ ਇਹ ਨਾ ਹੋਵੇ ਕਿ 10 ਸਾਲ ਬਾਅਦ ਕੌਮ ਰਾਗੀ ਸਿੰਘ ਬੈਟਰੀ ਲੈ ਕੇ ਲੱਭੇ ਔਰ ਸਾਨੂੰ ਸ਼ਾਇਦ ਮਿਲੇ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਲੁਧਿਆਣਾ।